ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨਿ ਆਇਓ ਪ੍ਰਿਥਿਆ ਕਪਟ ਤਾਰ ਉਰ ਮੈਂ ਅਨਰਥ ਮੁਖ ਮ੍ਰਿਦ ਉਚਾਰ ਸਨਮਾਨ ਸਾਥ ਗੁਰ ਨਮਹਿ ਕੀਨ ਬਹੁ ਭਾਉ ਧਾਰ ਬੈਠਾਏ ਲੀਨ ਪੁਨਿ ਆਇਓ ਪ੍ਰਿਥਿਆ ਕਪਟ ਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਲੀਲਾ ਦੇ ਚੋਜ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਪ੍ਰਸੰਗ ਚੱਲ ਰਿਹਾ ਹੈ। ਸਾਹਿਬਜ਼ਾਦੇ ਨੂੰ ਆਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਖਾਰ ਚੜ੍ਹਿਆ ਹੈ। ਲਗਾਤਾਰ 3 ਦਿਨ ਬੜੇ ਜ਼ੋਰ ਦਾ ਬੁਖਾਰ ਚੜ੍ਹਿਆ ਹੈ। ਫਿਰ ਤੀਸਰੇ ਦਿਨ ਮਾਤਾ ਨਿਕਲ ਆਈ ਹੈ। 5ਵੇਂ ਦਿਨ ਤੱਕ ਉਸ ਬਾਲਾ ਪ੍ਰੀਤਮ ਬੰਦੀ ਛੋੜ ਦਾਤਾ ਸਰੀਰਕ ਤੌਰ ਤੇ ਬਹੁਤ ਹਾਲੋਂ ਬੇਹਾਲ ਨਜ਼ਰ ਆਉਣ ਲੱਗ ਪਏ। ਸਾਰੇ ਸਰੀਰ ਤੇ
बहुत जहरीले फोड़े फैंसियां निकल आईयां ने। सारे शरीर ते सोजिश आ गई है। हथां पैरां दीयां तलियां ते इत्थों तक जीभ ते भी छाले हो गए ने। जदों इस तरह की हालत हुई, माता गंगा जी, गुरु का परिवार, होर गुरसिख संगतां वो भी हालों बेहाल हो गईयां। गुरु अर्जन देव महाराज के पास आके बेनतियां करते ने, सच्चे पातशाह की करिए? तां हाजूर उन्हां नूं इक्को ही गल आखदे ने, मेरा बैद गुरु गोबिंदा हर हर नाम औखद मुख देवै, काटा जम की फंदा। तुसीं गुरु नानक साहिब जी दे चरणां दे विच अरदास करो, गुरबाणी दा पाठ करो, वाहिगुरु मंत्र दा सिमरन करो, मूल मंत्र दा अभ्यास करो। वाहिगुरु मेहर करेगा। वैदा संदा संग इकट्ठा होया, औखद आए रास विच आप खलोया। जो जो उन्हां कर्म सुकर्म होए पसरिया, हरहां दुख रोग सा पाप तन ते खिसरिया। गुरबाणी दे पाठ दा अरदासां दा ये फल होया। हुण माता दा प्रकोप, बीमारी दा प्रभाव घटना शुरू हो गया। 6वें दिन मोड़ पिया है। जिहड़ी माता निकली सी, जिसनों शीतला चेचक की बीमारी भी कह देंदे हन, वो घटनी शुरू हुई। माता गंगा जी नूं कुछ टारस मिली, सुख दा सा आया। 6वें दिन गुरु महाराज ने नेत्र भी खोल लेने। गुरु का परिवार, गुरसिख संगतां, नादी बिंदी परिवार सारे प्रसन्न हो गए ने। गुरु महाराज दे विचकारले भराता बाबा महादेव जी सुख शांत पुछण वास्ते आए ने। उन्हां तो बाद वड्डा भरा प्रिथिया, जिहदा अंदर ईरखा हंकार साड़े दे नाल भरिया होया है, वो भी हुण गुरु महाराज दे कोल आ रहा है। किवें उहदे नाल बचन बिलास हुंदे ने, वो आप संगतां प्रसंग सरवण करो ते एक बार प्यार दे नाल आखो, सतनाम श्री वाहिगुरु साहिब जी। पुण्य आयो प्रिथिया कपट धार। लोग कवि जी कहते ने, ये प्रिथिया गुरु महाराज दा वड्डा भरा सी। इन्हें अपने मन दे विच कपट, छल, धोखा, बेईमानी धारण करके आया है। और मैं अनर्थ मुख मृद उचार। इहदे अंदर ते बड़ा अनर्थ है, इहदे अंदर बदी छुपी हुई है। गुरु महाराज दा बुरा चितवदा है ते मुखों बहुत कोमल, बड़े नरमाई दे, निमरता दे बचन बोलदा है। सन्मान साथ गुरु नमहे कीन। लो जदों प्रिथिया आया है ते गुरु महाराज ने वड्डा भरा जान के बड़े अदब दे नाल उन्होंने नमस्कार कीती। बहु भाओ धार बैठाए लीन। ते बहुता प्रेम धारण करके गुरु अर्जन देव महाराज ने उसनू किसी योग आसन ते बैठा लिया। सुध देहो नंद की होए जैस। लो हुण प्रिथिया पुछदा है, कहन लगा
ਤੁਸੀਂ ਆਪਣੇ ਸਾਹਿਬਜ਼ਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਖਬਰਸਾਰ ਦਿਓ ਵੀ ਉਹ ਕਿਸ ਹਾਲਤ ਵਿੱਚ ਹਨ। ਬਹੁ ਦੁਖਦ ਸੀਤਲਾ ਮਾਹੇ ਭੈਸ। ਕਿਉਂਕਿ ਜਿਹੜੀ ਉਹਨਾਂ ਨੂੰ ਬਿਮਾਰੀ ਸੀ ਮਾਤਾ ਦੀ ਚੇਚਕ ਦੀ ਬੜੀ ਦੁਖਦਾਈ ਚਿੰਬੜੀ ਹੋਈ ਹੈ ਤੇ ਜਿਹਦੇ ਨਾਲ ਹਰ ਵੇਲੇ ਮੌਤ ਦਾ ਖਤਰਾ ਮੰਡਰਾਇਆ ਰਹਿੰਦਾ ਹੈ। ਦ੍ਰਿਗ ਮੁੰਦੇ ਖੋਲ ਬੇ ਨਾਹੇ ਕੀਨ। ਮੈਨੂੰ ਪਤਾ ਲੱਗਿਆ ਸੀ ਗੁਰੂ ਮਹਾਰਾਜ ਦੇ ਨੇਤਰ ਵੀ ਕਈ ਦਿਨਾਂ ਤੋਂ ਬੰਦ ਹੋ ਗਏ ਨੇ। ਹੁਣ ਗੁਰੂ ਮਹਾਰਾਜ ਨੇ ਨੇਤਰ ਖੋਲੇ ਨੇ ਜਾਂ ਨਹੀਂ। ਸੁਖ ਕਰੈ ਈਸ਼ ਨਾਹੇ ਹੋਏ ਹੀਨ। ਉਤੋਂ ਗੱਲਾਂ ਕਰਦਾ ਹੈ, ਕਹਿੰਦਾ ਵੀ ਵਾਹਿਗੁਰੂ ਸੁਖ ਰੱਖੇ, ਕਿਧਰੇ ਕੋਈ ਉਹਨਾਂ ਦਾ ਅੰਗ ਭੰਗ ਨਾ ਹੋ ਜਾਵੇ, ਕਿਤੇ ਕੋਈ ਨੇਤਰ ਜਾਂ ਕੋਈ ਹੋਰ ਕਿਸੇ ਸਰੀਰ ਦਾ ਨੁਕਸਾਨ ਨਾ ਹੋ ਜਾਵੇ। ਗੁਰ ਕਹਿਓ ਪ੍ਰਭੂ ਹੋਵੇ ਸਹਾਏ। ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਅਸੀਂ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਾਂ, ਉਹੀ ਅਕਾਲ ਪੁਰਖ ਵਾਹਿਗੁਰੂ ਸਾਡਾ ਸਹਾਈ ਹੋਵੇਗਾ। ਤੁਮਰੀ ਕਿਰਪਾ ਸੁ ਦੇਹ ਬਚਾਏ। ਹਾਂ, ਜੇ ਤੁਹਾਡੀ ਵੀ ਕਿਰਪਾ ਹੋਗੀ, ਕਿਉਂਕਿ ਵੱਡਾ ਕਰਕੇ ਉਹਨੂੰ ਵੀ ਨਾਲ ਹੀ ਸਤਿਕਾਰ ਦਿੰਦੇ ਨੇ, ਵੀ ਤੁਹਾਡੀ ਕਿਰਪਾ ਹੋ ਗਈ ਤੇ ਫਿਰ ਵਾਹਿਗੁਰੂ ਪਰਮੇਸ਼ਰ ਸਾਹਿਬਜ਼ਾਦੇ ਨੂੰ ਬਚਾ ਦੇਵੇਗਾ। ਜੀਵਨ ਅਧੀਨ ਇਹ ਨਾਹੇ ਕਾਰ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਵੀ ਇਹ ਜਿਹੜਾ ਦੁੱਖ ਸੁੱਖ ਜ਼ਿੰਦਗੀ ਮੌਤ ਇਹ ਜੀਵਾਂ ਦੇ ਵਸ ਹੱਥ ਵਿੱਚ ਕੁਛ ਵੀ ਨਹੀਂ ਹੈ। ਕਿਉਂ? ਹਜ਼ੂਰ ਨੇ ਬਾਣੀ ਦੇ ਵਿੱਚ ਫਰਮਾਇਆ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜਰਾ ਮਰਾ ਤਾਪ ਸਿਰਤ ਸਾਪ, ਕੋਈ ਲਾਗ ਨਾ ਸਕਾ ਬਿਨ ਹਰ ਕੈ ਲਾਏ। ਜਿੰਨੀਆਂ ਬਿਮਾਰੀਆਂ ਨੇ, ਜਿੰਨੇ ਰੋਗ ਨੇ, ਜਿੰਨੇ ਦੁੱਖ ਨੇ, ਇਹ ਵੀ ਕਰਮਾਂ ਅਨੁਸਾਰ ਹੀ ਮਨੁੱਖ ਨੂੰ ਮਿਲਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜੀਵਾਂ ਦੇ ਵਸ ਕੋਈ ਇਹ ਕੰਮ ਨਹੀਂ ਹੈ। ਈਸ਼ਰ ਜਿਵਾਏ ਕੈ ਦੇਹ ਮਾਰ। ਇਹਦੇ ਪਰਮੇਸ਼ਰ ਦੀ ਮੌਜ ਹੈ, ਉਹਦੀ ਰਜ਼ਾ ਹੈ। ਉਹ ਕਿਸੇ ਜੀਵ ਨੂੰ ਭਾਵੇਂ ਰੱਖ ਲਵੇ, ਬਚਾ ਲਵੇ ਤੇ ਚਾਹੇ ਮਾਰ ਦੇਵੇ। ਇੱਕ ਆਸ ਪ੍ਰਭੂ ਕੀ ਤਰਹਿ ਚੀਤ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਬਾ ਪ੍ਰੀਤੀ ਚੰਦ ਜੀ, ਅਸੀਂ ਤਾਂ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੀ ਆਸ, ਉਹਦਾ ਭਰੋਸਾ ਮਨ ਵਿੱਚ ਧਾਰਨ ਕਰਦੇ ਹਾਂ। ਜੋ ਸਕਲ ਜਗਤ ਦੁਖ ਸੁਖੇ ਕੀਤ। ਜੋ ਸਾਰੇ ਸੰਸਾਰ ਨੂੰ ਦੁੱਖ ਵੀ ਦਿੰਦਾ ਤੇ ਸੁੱਖ ਵੀ ਦਿੰਦਾ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਡੇ ਕਰਮ ਲਿਖੇ ਜਾਂਦੇ ਨੇ। ਉਹਨਾਂ ਕਰਮਾਂ ਦੇ ਅਨੁਸਾਰ ਦੁੱਖ ਤੇ ਸੁੱਖ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ ਹੈ। ਹਿਮ ਸੁਨੀ ਪ੍ਰਿਥੀਏ ਜਾਣ ਲੀਨ। ਲਓ, ਜਦੋਂ ਗੁਰੂ ਮਹਾਰਾਜ ਨੇ ਇਉਂ ਬਚਨ ਆਖੇ, ਪ੍ਰਿਥੀਏ ਨੇ ਆਪਣੇ ਮਨ ਵਿੱਚ ਇਹਦਾ ਉਲਟਾ ਹੀ ਅਰਥ ਸਮਝ ਲਿਆ ਹੈ। ਨਹਿ ਕੁਸ਼ਲ ਇਨਹੂ ਕੇ ਕਸ਼ਟ ਭੀਨ। ਕਹਿੰਦਾ ਵੀ ਹਾਲੇ ਸਾਹਿਬਜ਼ਾਦੇ ਨੂੰ ਬਿਮਾਰੀ ਨੇ ਛੱਡਿਆ ਨਹੀਂ, ਬਹੁਤਾ ਇਹਨਾਂ ਦੇ ਘਰ ਦੇ ਵਿੱਚ ਦੁੱਖ ਪ੍ਰਤੀਤ ਹੋ ਰਿਹਾ ਹੈ, ਕੋਈ ਸੁਖ ਸ਼ਾਂਤੀ ਦਾ ਨਾਮ ਨਹੀਂ ਹੈ। ਮੁਖ ਸ਼ੋਕ ਵਾਨ ਕਰ ਕੈ ਦਿਖਾਏ। ਅਖੀਰ ਪ੍ਰਿਥੀਏ ਨੇ ਉਤੋਂ ਪਖੰਡ ਦੇ ਨਾਲ ਆਪਣਾ ਵੀ ਮੂੰਹ ਥੋੜਾ ਜਿਹਾ ਗਮਗੀਨ ਕਰਕੇ ਦਿਖਾਇਆ, ਜਿਵੇਂ ਕੋਈ ਬਹੁਤਾ ਫਿਕਰ, ਬਹੁਤਾ ਚਿਹਰਾ ਜਿਹਾ ਉਦਾਸ ਹੁੰਦਾ ਹੈ, ਜਾਣ ਕੇ ਡਰਾਮਾ ਕੀਤਾ ਹੈ। ਚਿਤ ਮੈਂ ਆਨੰਦ ਅਧਿਕੈ ਵਧਾਏ। ਕਵੀ ਜੀ ਕਹਿੰਦੇ ਨੇ ਅੰਦਰੋਂ ਤੇ ਇਹੀ ਚਾਹੁੰਦਾ ਸੀ ਵੀ ਗੁਰੂ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕਿਸੇ ਤਰੀਕੇ ਦੇ ਨਾਲ ਵੀ ਭੋਗ ਪੈ ਜਾਵੇ, ਕੀਰਤਨ ਸੋਹਿਲਾ ਪੜ੍ਹਿਆ ਜਾਵੇ। ਪਰ ਹੁਣ ਉਤੋਂ ਗੱਲਾਂ ਕਰਦਾ ਹੈ ਵੀ ਮਨ ਦੇ ਵਿੱਚ ਬਹੁਤ ਵਧੇਰੇ ਪ੍ਰਸੰਨ ਹੋ ਰਿਹਾ ਹੈ। ਉੱਠ ਗਇਓ ਸਦਨ ਕਪਟੀ ਵਿਸਾਲ। ਕਵੀ ਜੀ ਕਹਿੰਦੇ ਨੇ ਪ੍ਰਿਥੀਆ ਬੜਾ ਛਲੀਆ, ਬੜਾ ਧੋਖੇਬਾਜ਼ ਹੈ। ਇਉਂ ਪਤਾ ਲੈਣ ਵਾਸਤੇ ਆਇਆ ਵੀ ਹਾਲੇ ਬਚੇ ਨੇ ਤੇ ਜਾਂ ਵੀ ਮੌਤ ਦੇ ਕਰੀਬ ਪਹੁੰਚ ਗਏ ਨੇ, ਤੇ ਫਿਰ ਉੱਠ ਕੇ ਘਰ ਨੂੰ ਚਲਿਆ ਗਿਆ ਹੈ। ਰਿੱਧ ਮੈਂ ਗੁਨੰਤ ਨਹਿ ਜੀਏ ਬਾਲ। ਤੇ ਆਪਣੇ ਮਨ ਵਿੱਚ ਇਹ ਵਿਚਾਰ ਕਰਦਾ ਜਾ ਰਿਹਾ ਹੈ ਵੀ ਹੁਣ ਇਹ ਸਾਹਿਬਜ਼ਾਦਾ ਜਿਉਂਦਾ ਨਹੀਂ ਰਹਿ ਸਕਦਾ। ਤੇ ਜੋ ਗੁਰੂ ਮਹਾਰਾਜ ਦੇ ਬਚਨ ਹੋਏ ਨੇ ਵੀ ਇਹ ਭਾਣੇ ਦੀ ਖੇਡ ਹੈ, ਜ਼ਿੰਦਗੀ ਤੇ ਮੌਤ ਵਾਹਿਗੁਰੂ ਦੇ ਹੱਥ ਵੱਸ ਹੈ,
ਇਹਦੇ ਬਾਰੇ ਮਨੁੱਖ ਕੋਈ ਕੁਝ ਨਹੀਂ ਕਰ ਸਕਦਾ। ਇਮ ਭਇਓ ਦਿਵਸ ਸਪਤਮ ਬਤੀਤ। ਲੋਕ ਕਵੀ ਜੀ ਕਹਿੰਦੇ ਨੇ ਇਉਂ 7ਵਾਂ ਦਿਨ ਵੀ ਬਤੀਤ ਹੋ ਗਿਆ ਹੈ। ਸ੍ਰੀ ਹਰਗੋਬਿੰਦ ਤਨ ਆਨੰਦ ਥੀਤ। ਹੁਣ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਨੂੰ ਸੁਖ ਆਨੰਦ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤਾ ਹੈ। ਰੁਚ ਸੰਗ ਕੀਨ ਤਬ ਖਾਨ ਪਾਨ। ਲਉਣ 7ਵੇਂ ਦਿਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੁਛ ਭੋਜਨ ਵੀ ਛਕਿਆ ਹੈ, ਦੁੱਧ ਵੀ ਛਕਿਆ ਹੈ। ਵਿਕਸੇ ਮਨੋਗ ਲੋਚਨ ਮਹਾਨ। ਤੇ ਸਤਿਗੁਰੂ ਦੇ ਨੇਤਰ ਬੜੇ ਸੋਹਣੇ ਸਨ, ਚੌੜੇ ਚੌੜੇ ਕਮਲ ਦੀਆਂ ਪੰਖੜੀਆਂ ਵਰਗੇ, ਤੇ ਹੁਣ ਸਾਰੇ ਨੇਤਰ ਵੀ ਬੜੇ ਸੋਹਣੇ ਖਿੜ ਪਏ ਹਨ। ਤਬ ਲਗੇ ਸ਼ੁਸ਼ਕ ਹੋਵਨ ਸੁਖੇਨ। ਲੋ ਜਿਹੜੇ ਜ਼ਹਿਰੀਲੇ ਛਾਲੇ ਫੋੜੇ ਫਣਸੀਆਂ ਨਿਕਲੇ ਸਨ, ਮਾਤਾ ਨਿਕਲੀ ਸੀ, ਉਹ ਵੀ ਸਾਰੇ ਹੁਣ ਸੌਖੇ ਢੰਗ ਦੇ ਨਾਲ ਹੀ ਸੁੱਕਣ ਲੱਗ ਪਏ। ਵਿਸਫੋਟ ਹੁਤੇ ਭਰਪੂਰ ਜੀਨ ਜੇਨ। ਜਿਹੜੇ ਕਹਿੰਦੇ ਵਿਸਫੋਟ ਤੋਂ ਭਾਵ ਹੈ ਵੀ ਜ਼ਹਿਰੀਲੇ ਫੋੜੇ ਫਿਣਸੀਆਂ ਜਿਹੜੇ ਬਹੁਤ ਮਾਤਰਾ ਦੇ ਵਿੱਚ ਸਰੀਰ ਦੇ ਉੱਤੇ ਭਰੇ ਪਏ ਸਨ। ਤਨ ਪ੍ਰਥਮ ਚਰਮ ਜੁਤ ਸ਼ੁਸ਼ਕ ਹੋਏ। ਲੋਕ ਕਵੀ ਜੀ ਕਹਿੰਦੇ ਨੇ ਵੀ ਜਿਹੜੀ ਪਹਿਲੀ ਚਮੜੀ ਸੀ, ਜਦੋਂ ਹੁਣ ਸਾਰੇ ਛਾਲੇ ਸੁੱਕਣ ਲੱਗੇ ਨੇ ਤੇ ਜਿਹੜੀ ਉੱਪਰਲੀ ਚਮੜੀ ਸੀ ਉਹ ਵੀ ਸਾਰੀ ਸੁੱਕ ਗਈ ਹੈ। ਸਭ ਗਏ ਉਤਰ ਨਹਿ ਦਿਖਤ ਕੋਏ। ਉੱਪਰਲੀ ਚਮੜੀ ਦੇ ਨਾਲ ਹੀ ਸਾਰੇ ਛਾਲੇ ਵੀ ਲਹਿ ਗਏ ਨੇ ਤੇ ਸਾਰਾ ਸਰੀਰ ਵਿੱਚੋਂ ਸਾਫ਼ ਨਿਕਲ ਆਇਆ ਤੇ ਬੜਾ ਸੁੰਦਰ ਦਿਖਾਈ ਦੇਣ ਲੱਗਿਆ। ਸੁਖ ਸੰਗ ਗੰਗ ਸੁਤ ਤਨ ਬੁਖਾਰ। ਲੋ ਉਸ ਵੇਲੇ ਮਾਤਾ ਗੰਗਾ ਜੀ ਨੇ ਸੁਖ ਦਾ ਸਾਹ ਲਿਆ ਤੇ ਬੜੇ ਪ੍ਰੇਮ ਦੇ ਨਾਲ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਸ਼ਨਾਨ ਕਰਵਾਇਆ। ਮੁਖ ਚੰਦ ਧੋਏ ਕਰ ਉਸ਼ਨ ਵਾਰ। ਤੇ ਗਰਮ ਜਲ ਕਰਕੇ ਗੁਰੂ ਮਹਾਰਾਜ ਦਾ ਚੰਦਰਮਾ ਵਰਗਾ ਸੋਹਣਾ ਮੁਖੜਾ ਵੀ ਧੋਤਾ, ਕਿਉਂਕਿ ਅਕਸਰ ਛੋਟੇ ਬੱਚਿਆਂ ਦਾ ਇਸ਼ਨਾਨ ਪਾਨ ਮਾਤਾਵਾਂ ਹੀ ਕਰਾਉਂਦੀਆਂ ਨੇ। ਇਉਂ ਮਾਤਾ ਗੰਗਾ ਜੀ ਨੇ ਸਾਹਿਬਜ਼ਾਦੇ 7 ਦਿਨ ਤੋਂ ਬੁਖਾਰ ਵਿੱਚ ਸਨ, ਬਿਮਾਰੀ ਦੀ ਲਪੇਟ ਵਿੱਚ ਸਨ, ਇਸ਼ਨਾਨ ਵੀ ਔਖਾ ਸੀ ਕਰਵਾਉਣਾ। ਹੁਣ 7ਵੇਂ ਦਿਨ ਗੁਰੂ ਮਹਾਰਾਜ ਨੇ ਇਸ਼ਨਾਨ ਪਾਨ ਕੀਤਾ। ਸਭ ਦਾਸ ਅਪਰਦਾਸੀ ਸੋ ਆਏ। ਲਾਉਣ ਜਿੰਨੇ ਹੋਰ ਦਾਸ ਤੇ ਦਾਸੀਆਂ ਗੁਰੂ ਘਰ ਦੇ ਵਿੱਚ ਸਤਿਕਾਰਯੋਗ ਬੀਬੀਆਂ ਤੇ ਗੁਰਸਿੱਖ ਆ ਗਏ। ਰਖਾਏ ਬਾਕ ਕੋ ਕਹਿ ਸੁਨਾਏ। ਤੇ ਮਾਤਾ ਗੰਗਾ ਜੀ ਨੂੰ ਖੁਸ਼ ਹੋ ਕੇ ਆ ਕੇ ਬਚਨ ਸੁਣਾਉਂਦੇ ਨੇ, ਮਾਤਾ ਜੀ ਵਧਾਈਆਂ ਹੋਣ ਬਈ ਬੜੀ ਵਾਹਿਗੁਰੂ ਨੇ ਮਿਹਰ ਕਰ ਦਿੱਤੀ ਹੈ। ਦੋਹਰਾ ਲਿਹੋ ਬਦਾਈ ਪੁੱਤਰ ਕੀ ਔਰ ਪ੍ਰਮੋਦ ਕੋ ਧਾਰ। ਲੋ ਜਿੰਨੇ ਸਿੱਖ ਸੇਵਕ ਆਉਂਦੇ ਨੇ ਉਹ ਆ ਕੇ ਮਾਤਾ ਗੰਗਾ ਜੀ ਨੂੰ ਪੁੱਤਰ ਦੀਆਂ ਵਧਾਈਆਂ ਦਿੰਦੇ ਨੇ ਤੇ ਨਾਲ ਬੜਾ ਹੀ ਹਿਰਦੇ ਵਿੱਚ ਆਨੰਦ ਧਾਰਨ ਕਰਦੇ ਹਨ। ਜਿਤ ਕਿਤ ਅਤ ਉਤਸਾਹ ਤੇ ਸੁਨ ਕਰ ਨਰ ਗਨ ਨਾਰ। ਤੇ ਬਹੁਤ ਸਾਰੇ ਮਾਈ ਭਾਈ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਰਹਿਣ ਵਾਲੇ ਨੇ, ਉਹ ਜਿੱਥੋਂ ਕਿਤੋਂ ਸੁਣ ਕੇ ਤੇ ਬੜੇ ਉਤਸ਼ਾਹ ਦੇ ਨਾਲ ਗੁਰੂ ਮਹਾਰਾਜ ਦੇ ਘਰ ਵਿੱਚ ਆਉਂਦੇ ਨੇ ਤੇ ਵਧਾਈਆਂ ਦਿੰਦੇ ਹਨ। ਘਰ ਇਸ਼ਨਾਨ ਨਿਜ ਨੰਦ ਕੋ ਭੂਖਨ ਬਸਤਰ ਉਡਾਏ। ਲੋਣ ਮਾਤਾ ਗੰਗਾ ਜੀ ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਸ਼ਨਾਨ ਪਾਨ ਕਰਵਾਇਆ ਤੇ ਨਾਲ ਬੜੇ ਸੋਹਣੇ ਬਸਤਰ ਤੇ ਗਹਿਣੇ ਵੀ ਸਜਾ ਦਿੱਤੇ। ਮਾਤ ਹੋਤ ਬਲਿਹਾਰ ਨੇ ਨਵੋ ਜਨਮ ਜਨ ਪਾਏ। ਤੇ ਮਾਤਾ ਗੰਗਾ ਜੀ ਆਪਣੇ ਪੁੱਤਰ ਤੋਂ ਕੁਰਬਾਨ ਜਾਂਦੀ ਹੈ। ਕਿਉਂ? ਮਾਨੋ ਮਾਤਾ ਗੰਗਾ ਜੀ ਦੇ ਲਈ ਇਹ ਨਵਾਂ ਹੀ ਜਨਮ ਪ੍ਰਾਪਤ ਹੋਇਆ ਹੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਹ ਜਿਹੜੀ ਮਾਤਾ ਦੀ ਬਿਮਾਰੀ ਸੀ ਇਹਦਾ ਇਲਾਜ ਬਹੁਤ ਘੱਟ ਹੋਇਆ ਕਰਦਾ ਸੀ। ਕਈ ਬੱਚਿਆਂ ਨੂੰ ਜਦੋਂ ਬੁਖਾਰ ਚੜ੍ਹਦਾ ਇਲਾਜ ਨਾ ਹੋਣ ਕਰਕੇ ਤੇ ਕਈ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਸੀ ਤੇ ਜਾਂ ਉਹਨਾਂ ਦਾ ਕੋਈ ਨਾ ਕੋਈ ਅੰਗ ਭੰਗ ਹੋ ਜਾਂਦਾ ਸੀ, ਕੋਈ ਨਿਗਾਹ ਚਲੀ ਜਾਣੀ, ਕੋਈ ਪਾਸਾ ਮਾਰਿਆ ਜਾਣਾ। ਇਸ ਤਰ੍ਹਾਂ ਦੇ ਅਕਸਰ ਉਸ ਵੇਲੇ ਕੇਸ ਹੋਇਆ ਕਰਦੇ ਸਨ। ਹੁਣ ਸਹੀ ਸਲਾਮਤ ਗੁਰੂ ਮਹਾਰਾਜ ਦਾ ਤੰਦਰੁਸਤ ਹੋ ਜਾਣਾ ਇਹ ਵੀ ਇੱਕ ਖੁਸ਼ੀ ਦੀ ਗੱਲ ਸੀ। ਇਸੇ ਲਈ ਸੰਗਤਾਂ ਵਧਾਈਆਂ ਦਿੰਦੀਆਂ ਨੇ ਤੇ ਮਾਤਾ ਗੰਗਾ ਜੀ ਪ੍ਰਵਾਨ ਕਰਦੇ ਹਨ। ਸ਼੍ਰੀ ਅਰਜਨ ਕੇ ਨਿਕਟ ਤਬ ਲਿਆਏ ਦਾਸ ਉਠਾਏ। ਲੋ ਹੁਣ 7 ਦਿਨਾਂ ਤੋਂ ਬਾਅਦ ਜਦੋਂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੰਦਰੁਸਤ ਹੋਏ ਨੇ, ਮਾਤਾ ਗੰਗਾ ਜੀ ਨੇ ਇਸ਼ਨਾਨ ਕਰਵਾਇਆ, ਸੋਹਣੇ ਕੱਪੜੇ ਪਾਏ, ਗਹਿਣੇ ਸਜਾਏ। ਜਿਹੜੇ ਸੇਵਾਦਾਰ ਸਨ ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸਾਹਿਬਜ਼ਾਦੇ ਨੂੰ ਲੈ ਆਏ ਨੇ
ਇੱਕ ਤਾਂ ਇਹ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਵਾਏ ਜਾਣ, ਤੇ ਦੂਜਾ ਇਹ ਤੇ ਗੁਰੂ ਮਹਾਰਾਜ ਵੀ ਆਸ਼ੀਰਵਾਦ ਦੇਣ। ਪਦ ਪੰਕਜ ਪਰ ਪਾਏ ਕਰ ਹਿਰਦੈ ਆਨੰਦ ਬਦਾਏ। ਸਾਹਿਬਜ਼ਾਦੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥਾ ਟਿਕਾਇਆ ਤੇ ਗੁਰੂ ਮਹਾਰਾਜ ਨੇ ਆਪਣਾ ਕਰ ਕਮਲ ਸੀਸ ਤੇ ਰੱਖ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ। ਨੰਦਨ ਦਿਖਿਓ ਆਨੰਦ ਜੁਤ ਗੋਦ ਲੀਨ ਬੈਠਾਏ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬਜ਼ਾਦੇ ਨੂੰ ਤੱਕਿਆ ਵੀ ਹੁਣ ਇਹ ਤੰਦਰੁਸਤ ਹੋ ਗਏ ਨੇ, ਰੋਗ ਤੋਂ ਖਹਿੜਾ ਛੁੱਟ ਗਿਆ, ਬਿਮਾਰੀ ਚਲੀ ਗਈ ਹੈ, ਤੇ ਆਪਣੇ ਪੁੱਤਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੀ ਗੋਦ ਵਿੱਚ ਬਿਠਾਇਆ। ਸਿਰ ਪਰ ਧਰ ਕਰ ਕਮਲ ਕੋ ਆਸ਼ਿਕ ਦੀ ਹਰ ਖਾਏ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਫਰਜ਼ਾਂਦੇ ਸਿਰ ਉਤੇ ਹੱਥ ਰੱਖਿਆ, ਆਸ਼ੀਰਵਾਦ ਦਿੱਤੀ ਹੈ ਤੇ ਬਹੁਤ ਪ੍ਰਸੰਨ ਹੋ ਰਹੇ ਹਨ। ਚਾਰ ਬਿਲੋਚਨ ਹੇਰ ਕਰ ਅਰ ਸੁਖ ਸਕਲ ਸਰੀਰ। ਤੇ ਗੁਰੂ ਮਹਾਰਾਜ ਦੇ ਸਹੀ ਸਲਾਮਤ ਸੁੰਦਰ ਨੇਤਰ ਖਿੜੇ ਹੋਏ ਵੇਖ ਕੇ ਤੇ ਨਾਲੇ ਸਾਰੇ ਸਰੀਰ ਨੂੰ ਸੁਖ ਸ਼ਾਂਤੀ ਪ੍ਰਾਪਤ ਹੋਈ ਜਾਣ ਕੇ ਕਰਿਓ ਸ਼ਬਦ ਅਰਜਨ ਗੁਰੂ ਜੋ ਧੀਰਨ ਮਹਿ ਧੀਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਧੀਰਜ ਵਾਲੇ ਲੋਕ ਨੇ, ਉਹਨਾਂ ਸਾਰਿਆਂ ਤੋਂ ਵਧੇਕ ਧੀਰਜ ਪ੍ਰਾਪਤ ਕਰਨ ਵਾਲੇ ਨੇ, ਸਭ ਤੋਂ ਵੱਡੇ ਧੀਰਜ ਵਾਲੇ ਸਤਿਗੁਰੂ ਨੇ। ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ ਤੇ ਇਸ ਕੜੀ ਦੇ ਵਿੱਚ ਹੋਰ ਵੀ ਬੇਅੰਤ ਸ਼ਬਦ ਉਚਾਰਨ ਕੀਤੇ ਗੁਰਬਾਣੀ ਵਿੱਚ ਮਿਲਦੇ ਨੇ, ਪਰ ਕਵੀ ਜੀ ਇੱਕ ਸ਼ਬਦ ਇੱਥੇ ਲਿਖਦੇ ਹਨ। ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ। ਲਓ, ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕੀਤਾ ਹੈ ਵੀ ਗੁਰਦੇਵ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਸਾਹਿਬਜ਼ਾਦੇ ਦੇ ਨੇਤਰਾਂ ਦੇ ਵਿੱਚ ਪ੍ਰਕਾਸ਼ ਕਰ ਦਿੱਤਾ। ਇਹਦਾ ਮਤਲਬ ਇਹ ਸੀ ਮਾਤਾ ਦੀ ਬਿਮਾਰੀ ਦੇ ਕਾਰਨ ਗੁਰੂ ਮਹਾਰਾਜ ਦੇ ਨੇਤਰ ਬੰਦ ਹੋ ਗਏ ਸਨ। ਕਈ ਦਿਨ ਗੁਰੂ ਮਹਾਰਾਜ ਨੂੰ ਦਿਸਣੋਂ ਵੀ ਹਟ ਗਿਆ ਸੀ। ਇਸੇ ਲਈ ਸਾਰਿਆਂ ਨੂੰ ਫਿਕਰ ਪੈ ਗਿਆ ਬਈ ਕਿਧਰੇ ਐਸਾ ਨਾ ਹੋਵੇ ਗੁਰੂ ਮਹਾਰਾਜ ਦੀ ਨਿਗਾਹ ਚਲੀ ਜਾਵੇ, ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਹੋ ਜਾਵੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ, ਸਾਹਿਬਜ਼ਾਦੇ ਦੇ ਨੇਤਰਾਂ ਦੇ ਵਿੱਚ ਉਸੇ ਤਰ੍ਹਾਂ ਜੋਤ ਚਾਨਣ ਪ੍ਰਗਟ ਕਰ ਦਿੱਤਾ ਹੈ। ਭਰਮ ਗਏ ਪੂਰਨ ਭਈ ਸੇਵ ਰਹਾਉ। ਸਾਰੇ ਭਰਮ ਦੂਰ ਹੋ ਗਏ ਨੇ। ਭਾਵ ਪਹਿਲਾਂ ਤੇ ਮਨ ਦੇ ਵਿੱਚ ਇਹ ਭਰਮ ਸੀ ਬਈ ਪਤਾ ਨਹੀਂ ਵੀ ਇਹ ਬਿਮਾਰੀ ਦਾ ਕਿੰਨਾ ਕੁ ਚਿਰ ਅਸਰ ਹੋਵੇਗਾ, ਕੋਈ ਇਹਦੇ ਨਾਲ ਨੁਕਸਾਨ ਤਾਂ ਨਾ ਹੋ ਜਾਵੇਗਾ। ਇਹ ਭਰਮ ਬੰਦੇ ਦੇ ਮਨ ਵਿੱਚ ਹੁੰਦੇ ਨੇ। ਹੁਣ ਉਹ ਸਾਰੇ ਭਰਮ ਵੀ ਚਲੇ ਗਏ ਨੇ, ਪੂਰਨ ਪਈ ਸੇਵ। ਤੇ ਜਿਹੜੀ ਸੇਵਾ ਕੀਤੀ ਸੀ ਸੰਗਤ ਦੀ, ਉਹ ਹੁਣ ਸੇਵਾ ਵੀ ਸੰਪੂਰਨ ਹੋ ਗਈ ਹੈ, ਉਹ ਸੇਵਾ ਵੀ ਸਫਲ ਹੋ ਗਈ ਹੈ। ਕਿਉਂ? ਗੁਰੂ ਘਰ ਦਾ ਇੱਕ ਇਹ ਵੀ ਅਸੂਲ ਹੈ, ਜਦੋਂ ਸਾਡੇ ਘਰ ਦੇ ਵਿੱਚ ਕਿਸੇ ਤੇ ਵੀ ਕੋਈ ਕਸ਼ਟ ਆਉਂਦਾ ਹੈ, ਕੋਈ ਬਿਮਾਰੀ ਦਾ ਪ੍ਰਕੋਪ ਹੁੰਦਾ ਹੈ, ਤੇ ਆਪਾਂ ਉਹਦੇ ਕੋਲੇ ਪਾਠ ਕਰੀਏ, ਇਹਦਾ ਵੀ ਫਲ ਮਿਲਦਾ। ਉਹਦੇ ਲਈ ਆਪਾਂ ਅਰਦਾਸ ਕਰੀਏ ਤੇ ਉਹਦੇ ਨਾਲ ਵੀ ਗੁਰੂ ਦੀ ਆਸ਼ੀਰਵਾਦ ਮਿਲ ਜਾਂਦੀ ਹੈ। ਤੇ ਜਦੋਂ ਆਪਾਂ ਕੋਈ ਸੇਵਾ ਕਰਦੇ ਹਾਂ, ਗੁਰਸਿੱਖਾਂ ਨੂੰ ਘਰ ਵਿੱਚ ਬੁਲਾ ਕੇ ਲੰਗਰ ਪਾਣੀ ਜਲ ਪਾਣੀ ਛਕਾਉਂਦੇ ਹਾਂ, ਤੇ ਜਾਂ ਗੁਰੂ ਘਰ ਵਿੱਚ ਜਾ ਕੇ ਬਹੁਤ ਸਾਰੀਆਂ ਸੰਗਤਾਂ ਲੰਗਰ ਦੀ ਸੇਵਾ ਕਰਦੀਆਂ ਨੇ, ਕੋਈ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਕਰਦੀਆਂ ਨੇ, ਕੋਈ ਝਾੜੂ ਬਹਾਰੂ ਦੀ ਸੇਵਾ ਕਰਦੀਆਂ ਨੇ, ਕੋਈ ਭਾਂਡੀ ਮਾਂਜੀ ਜਾਂਦਾ ਹੈ। ਇਹ ਸੇਵਾ ਹੈ, ਇੱਕ ਤਨ ਦੀ ਸੇਵਾ, ਦੂਜੀ ਮਨ ਦੀ ਸੇਵਾ, ਤੀਜੀ ਧਨ ਦੀ ਸੇਵਾ। ਜਿਹੜਾ ਗੁਰਸਿੱਖ ਭਾਵਨਾ ਦੇ ਨਾਲ ਸੇਵਾ ਕਰਦਾ ਹੈ, ਉਹਦੀ ਸੇਵਾ ਕੀਤੀ ਹੋਈ ਸਫਲ ਹੁੰਦੀ ਹੈ। ਜਿਸ ਇੱਛਾ ਨੂੰ ਲੈ ਕੇ ਕੋਈ ਸੇਵਾ ਕਰਦਾ ਹੈ ਤੇ ਗੁਰੂ ਮਹਾਰਾਜ ਉਹ ਇੱਛਾ ਉਹਦੀ ਪੂਰੀ ਕਰ ਦਿੰਦੇ ਹਨ। ਸੀਤਲਾ ਤੇ ਰੱਖਿਆ ਬਿਹਾਰੀ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ ਸੀਤਲਾ ਤੋਂ ਭਾਵ ਹੈ ਮਾਤਾ, ਜਿਸ ਨੂੰ ਚੇਚਕ ਕਹਿੰਦੇ ਸਨ, ਵੀ ਉਸ ਚੇਚਕ ਦੀ ਬਿਮਾਰੀ ਤੋਂ, ਬਿਹਾਰੀ ਤੋਂ ਭਾਵ ਹੈ ਬਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸੀਤਲਾ ਤੇ ਰੱਖਿਆ ਬਿਹਾਰੀ,
ਵੀ ਇਸ ਸਾਹਿਬਜ਼ਾਦੇ ਨੂੰ ਸੀਤਲਾ ਮਾਤਾ ਤੋਂ, ਚੇਚਕ ਦੀ ਬਿਮਾਰੀ ਤੋਂ ਸਤਿਗੁਰੂ ਨੇ ਬਚਾ ਕੇ ਰੱਖ ਲਿਆ ਹੈ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਕਿਉਂਕਿ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਰ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਸਭ ਮੈਂ ਰਹਿਆ ਸਮਾਏ। ਇੱਕ ਗੁਰੂ ਪਰਮੇਸ਼ਰ ਹੈ, ਦੂਜਾ ਪਾਰ ਬ੍ਰਹਮ ਪਰਮੇਸ਼ਰ ਹੈ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰਜਨ ਸਗਲੀ ਮੋਹੀ। ਗੁਰੂ ਪਰਮੇਸ਼ਰ ਤੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ। ਇਹ ਪਾਰ ਬ੍ਰਹਮ ਸਰਵ ਸ਼ਕਤੀਮਾਨ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਇਹਦੇ ਵਿੱਚ ਗੁਰੂ ਪਰਮੇਸ਼ਰ ਦਾ ਵੀ ਤੇ ਪਾਰ ਬ੍ਰਹਮ ਪਰਮੇਸ਼ਰ ਦਾ ਦੋਹਾਂ ਦਾ ਸ਼ੁਕਰਾਨਾ ਕੀਤਾ ਹੈ। ਨਾਨਕ ਨਾਮ ਜਪੈ ਸੋ ਜੀਵੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਸੋ ਜੀਵੈ, ਉਹ ਪਾਈ ਜਿਉਂਦਾ ਹੈ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤੀ ਨੇ ਦਰਸ਼ਨ ਪਾਇਆ। ਜੋ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਨੂੰ ਜ਼ਿੰਦਗੀ ਮਿਲ ਜਾਂਦੀ ਹੈ, ਨਵਾਂ ਜੀਵਨ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗ ਹਰ ਅੰਮ੍ਰਿਤ ਪੀਵੈ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਸਾਧ ਸੰਗਤ ਵਿੱਚ ਆ ਕੇ ਜਿੱਥੇ ਆਪਾਂ ਬੈਠੇ ਹਾਂ ਗੁਰੂ ਦੀ ਹਜ਼ੂਰੀ ਵਿੱਚ, ਜਿਹੜਾ ਇੱਥੇ ਆ ਜਾਂਦਾ ਹੈ, ਇੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਹਰ ਅੰਮ੍ਰਿਤ ਪੀਵੈ। ਉਹ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਪੀਂਦਾ ਹੈ, ਉਹਦੇ ਨਾਲ ਉਸ ਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ, ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਹਮੇਸ਼ਾ ਲਈ ਜ਼ਿੰਦਗੀ ਮਿਲ ਜਾਂਦੀ ਹੈ। ਦੋਹਰਾ ਸ਼੍ਰੀ ਨਾਨਕ ਗੁਰਦੇਵ ਨੇ ਕਰੇ ਸੋ ਨੈਣ ਪ੍ਰਕਾਸ਼। ਲੋ ਸ਼ਬਦ ਦੇ ਥੋੜੇ ਜਿਹੇ ਭਾਵ ਅਰਥ ਕਵੀ ਜੀ ਕਵਿਤਾ ਵਿੱਚ ਲਿਖਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਹੈ ਵੀ ਸਾਹਿਬਜ਼ਾਦੇ ਦੇ ਜਿਹੜੇ ਨੇਤਰ ਬੰਦ ਹੋ ਗਏ ਸਨ ਤੇ ਇਹਨਾਂ ਨੂੰ ਦੁਬਾਰਾ ਖੋਲ ਦਿੱਤਾ ਹੈ ਤੇ ਇਹਨਾਂ ਦੇ ਅੰਦਰ ਚਾਨਣ ਪ੍ਰਕਾਸ਼ ਜੋਤ ਪੈਦਾ ਕਰ ਦਿੱਤੀ ਹੈ। ਰਸ਼ਾ ਕੀਨਸ ਹਾਥ ਦੇ ਲੱਖ ਪੂਰੀ ਮਮ ਆਸ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਦਾਸ ਜਾਣ ਕੇ ਰਸ਼ਾ ਕੀਨਸ ਹਾਥ ਦੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਹਿਬਜ਼ਾਦੇ ਦੀ ਰੱਖਿਆ ਕੀਤੀ ਹੈ ਤੇ ਲੱਖ ਪੂਰੀ ਮਮ ਵਾਸਤੇ ਨਾਲ ਸਾਡੀ ਇੱਛਾ ਵੀ ਪੂਰੀ ਕਰ ਦਿੱਤੀ। ਪਰਿਵਾਰ ਦੀ ਇੱਛਾ ਤਾਂ ਹੁੰਦੀ ਹੈ ਨਾ, ਜਦੋਂ ਕੋਈ ਬੱਚਾ ਬਿਮਾਰ ਹੋ ਜਾਵੇ ਵੀ ਉਹਨੂੰ ਛੇਤੀ ਤੰਦਰੁਸਤੀ ਮਿਲੇ, ਉਹ 9 ਵਾਰ 9 ਹੋਵੇ। ਹਰ ਮਾਤਾ ਪਿਤਾ ਹਰ ਪਰਿਵਾਰ ਇਹ ਚਾਹੁੰਦਾ ਹੈ ਬੱਚਿਆਂ ਦੀ ਸੁਖ ਸ਼ਾਂਤੀ ਹੋਵੇ। ਪੂਰਨ ਸੇਵਾ ਜਾਨ ਕਰ ਭਰਮ ਵਿਦਾਰਿਓ ਦੂਰ। ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ ਹੋਈ ਸੰਪੂਰਨ ਕਰ ਦਿੱਤੀ ਹੈ। ਭਾਵ ਜੋ ਸ਼ਰਧਾ ਭਾਵਨਾ ਦੇ ਨਾਲ ਮਾਤਾ ਗੰਗਾ ਜੀ ਨੇ ਵੀ ਸੰਗਤ ਦੀ ਸੇਵਾ ਕੀਤੀ, ਪਰਿਵਾਰ ਨੇ ਤੇ ਹੋਰ ਗੁਰਸਿੱਖ ਸੰਗਤਾਂ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਕਈਆਂ ਨੇ ਪਾਠ ਕੀਤੀ, ਅਰਦਾਸਾਂ ਕੀਤੀਆਂ। ਉਹ ਸਾਰੀ ਸੇਵਾ ਦਾਸ ਜਾਣ ਕੇ ਪੂਰੀ ਕਰ ਦਿੱਤੀ ਹੈ ਤੇ ਨਾਲ ਹੀ ਭਰਮ ਦੂਰ ਕਰ ਦਿੱਤਾ ਹੈ। ਨਿਸ਼ਚੈ ਆਪਣੇ ਕਰ ਲਏ ਸਭ ਨਿੰਦਕ ਕਰ ਕੂਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਤਿਗੁਰੂ ਨੇ ਰੱਖ ਲਿਆ, ਨਿਸ਼ਚੈ ਕਰਕੇ ਸਾਨੂੰ ਆਪਣੇ ਬਣਾ ਲਿਆ ਹੈ ਤੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਉਹ ਸਾਰੇ ਝੂਠੇ ਹੋ ਗਏ। ਕਿਉਂ? ਪ੍ਰਿਥਵੀ ਤੇ ਚਾਹੁੰਦਾ ਸੀ ਬਈ ਇਹ ਨਾ ਬਚਣ। ਉਹਨੇ ਤੇ ਪਹਿਲਾਂ ਹੀ ਬੀਬੀ ਕਰਮ ਨੂੰ ਖੁਸ਼ ਕਰਨ ਲਈ ਆਪਣੇ ਜਾਣੇ ਸਰਾਪ ਦਿੱਤਾ ਸੀ ਵੀ ਇਹ ਸਾਹਿਬਜ਼ਾਦਾ ਤੇ ਇਹ ਮਾਤਾ ਦਾ ਖਾਈਏ, ਬਸ ਇਹ ਨਹੀਂ ਬਚ ਸਕਦਾ। ਹੁਣ ਮੇਰੇ ਬਚਨ ਹੋ ਗਏ ਨੇ, ਹੁਣ ਇਹ ਬਚੇਗਾ ਨਹੀਂ। ਉਹ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਉਹ ਸਾਰੇ ਹੁਣ ਝੂਠੇ ਹੋ ਗਏ। ਨਿਕਸੀ ਅਤਿਸ਼ੈ ਸੀਤਲਾ ਤਿਸਤੇ ਹਵੈ ਰਖਵਾਰ। ਲੋ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਮਾਤਾ ਨਿਕਲੀ, ਚੇਚਕ ਆ ਕੇ ਚਿੰਬੜ ਗਈ ਤੇ ਉਸ ਤੋਂ ਗੁਰੂ ਮਹਾਰਾਜ ਨੇ ਰੱਖਿਆ ਕੀਤੀ ਹੈ। ਦਾਸ ਉਦਾਰਿਓ ਆਪਣਾ ਪਾਰ ਬ੍ਰਹਮ ਕਰਤਾਰ। ਉਹ ਸਿਰਜਣਹਾਰ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦਾਸ ਸਾਹਿਬਜ਼ਾਦੇ ਆਪ ਕਿਰਪਾ ਦਾ ਹੱਥ ਦੇ ਕੇ ਉਸ ਨੂੰ ਉਧਾਰਿਆ ਹੈ, ਬਿਮਾਰੀ ਤੋਂ ਬਚਾਇਆ ਹੈ, ਹਰ ਦੁੱਖ ਤਕਲੀਫ ਤੋਂ ਉਸ ਨੂੰ ਬਚਾਇਆ ਹੈ। ਸ੍ਰੀ ਗੁਰੂ ਨਾਨਕ ਨਾਮ ਕਉ
ਜਪਤ ਹੋਏ ਚਰੰਜੀਵ। ਲੋ ਜਿਹੜਾ ਵੀ ਗੁਰਸਿੱਖ ਭਾਵਨਾ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਜਪਦਾ ਹੈ ਤੇ ਉਹਨੂੰ ਦੀਰਘ ਆਯੂ ਲੰਬਾ ਜੀਵਨ ਪ੍ਰਾਪਤ ਹੋ ਜਾਂਦਾ ਹੈ। ਸਾਧੂ ਬ੍ਰਿਧ ਕੇ ਵਾਕ ਤੇ ਦੁਖ ਹਰ ਅੰਮ੍ਰਿਤ ਪੀਵ। ਤੇ ਸਾਧੂ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਬਚਨ ਆਖਿਆ ਸੀ ਵੀ ਉਹਨਾਂ ਦੇ ਬਚਨਾਂ ਦਾ ਸਦਕਾ ਤੇ ਹੁਣ ਸਾਹਿਬਜ਼ਾਦੇ ਦੀ ਬਿਮਾਰੀ ਹਟੀ ਹੈ ਤੇ ਨਾਲ ਹੁਣ ਉਹ ਨਾਮ ਦਾ ਬਾਣੀ ਦਾ ਅੰਮ੍ਰਿਤ ਰਸ ਪੀਂਦੇ ਨੇ। ਭਾਵ ਗੁਰਸਿੱਖ ਸੰਗਤਾਂ ਨੇ ਜੋ ਸੇਵਾਵਾਂ ਕੀਤੀਆਂ, ਪਾਠ ਕੀਤੇ, ਅਰਦਾਸਾਂ ਕੀਤੀਆਂ, ਉਹ ਸਫਲ ਹੋ ਗਈਆਂ ਹਨ। ਦੋਹਰਾ ਭਇਓ ਕੁਲਾਹਲ ਗੁਰੂ ਕਰ ਲੈਣ ਦੇਣ ਕੀ ਭੀਰ। ਲੋਕ ਕਵੀ ਜੀ ਕਹਿੰਦੇ ਨੇ ਹੁਣ ਗੁਰੂ ਘਰ ਦੇ ਵਿੱਚ ਲੋੜਵੰਦ ਗਰੀਬ ਲੋਕ ਆਉਂਦੇ ਨੇ ਤੇ ਗੁਰੂ ਘਰ ਦੇ ਵਿੱਚ ਹੁਣ ਬੜਾ ਖੁਸ਼ੀ ਦਾ ਸ਼ੋਰ ਮਚਿਆ ਰਹਿੰਦਾ। ਅੱਜ ਜਿਵੇਂ ਵਿਆਹ ਦੇ ਸਮੇਂ ਖੁਸ਼ੀ ਦੇ ਵਿੱਚ ਵਾਜੇ ਗਾਜੇ ਵੱਜਦੇ ਨੇ, ਲੋਕ ਗੱਲਾਂ ਕਰਦੇ ਨੇ, ਖੁਸ਼ੀ ਦਾ ਹੁੰਦਾ ਇੱਕ ਦੂਸਰਾ ਰੌਲਾ ਹੁੰਦਾ, ਪਰ ਇਹ ਖੁਸ਼ੀ ਦੇ ਸ਼ੋਰ ਨੂੰ ਕੁਲਾਹਲ ਕਹਿੰਦੇ ਨੇ। ਗੁਰੂ ਘਰ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਲੈਣ ਦੇਣ ਵਾਲਿਆਂ ਦੀ ਬਹੁਤ ਭੀੜ ਲੱਗੀ ਹੋਈ ਹੈ। ਸੁਤ ਪਰ ਵਾਰਤ ਦਰਬ ਬਹੁ ਬਖਸ਼ਤ ਸੁੰਦਰ ਚੀਰ। ਹੁਣ ਮਾਤਾ ਗੰਗਾ ਜੀ ਸਾਹਿਬਜ਼ਾਦੇ ਦੇ ਉੱਪਰੋਂ ਬਹੁਤ ਸਾਰਾ ਧਨ ਤੇ ਬਸਤਰ ਵਾਰ ਕੇ ਲੋੜਵੰਦਾਂ ਨੂੰ, ਗਰੀਬਾਂ ਨੂੰ ਦਾਨ ਦਿੰਦੇ ਨੇ ਵੀ ਇਹਨਾਂ ਗਰੀਬਾਂ ਦੀ ਵੀ ਲੋੜ ਪੂਰੀ ਹੋ ਜਾਵੇ। ਪਾਦੜੀ ਛੰਦ ਉਤਸ਼ਾਹ ਅਧਿਕ ਗੁਰ ਘਰ ਕਰੰਤ। ਲੋਕ ਗੁਰੂ ਘਰ ਦੇ ਵਿੱਚ ਬੜਾ ਚਾਅ ਤੇ ਉਮਾ ਉਤਸ਼ਾਹ ਦਾ ਮਾਹੌਲ ਬਣਿਆ ਰਹਿੰਦਾ ਹੈ। ਸਿੱਖ ਮਿਲਹੇ ਆਏ ਪੂਜਾ ਚੜੰਤ। ਬਹੁਤ ਸਾਰੇ ਗੁਰਸਿੱਖ ਮਾਈ ਭਾਈ ਗੁਰੂ ਘਰ ਦੇ ਵਿੱਚ ਆਉਂਦੇ ਨੇ, ਸ਼ਰਧਾ ਭਾਵਨਾ ਦੇ ਨਾਲ ਮਾਇਆ, ਬਸਤਰ, ਹੋਰ ਕਈ ਵਸਤੂਆਂ ਪੂਜਾ ਅਰਪਣ ਕਰਦੇ ਹਨ। ਨਰ ਨਾਰ ਸਭਨ ਮਹਿ ਜਸ ਵਿਸਾਲ। ਜਿੰਨੇ ਮਾਈ ਪਾਈ ਗੁਰੂ ਘਰ ਦੇ ਵਿੱਚ ਆਉਂਦੇ ਨੇ ਸਾਰਿਆਂ ਦੇ ਵਿੱਚ ਹੀ ਭਾਰੀ ਗੁਰੂ ਦਾ ਜਸ ਹੋ ਰਿਹਾ ਹੈ। ਮਿਲ ਸਕਲ ਕਹਿਤ ਸੁਖਦਾਰ ਸਾਲ। ਤੇ ਸਾਰੇ ਆਪਸ ਵਿੱਚ ਮਿਲ ਕੇ ਬਹੁਤ ਸੁਖ ਦੇਣ ਵਾਲੇ ਤੇ ਰਸਾਲ ਸੁੰਦਰ ਬਚਨ ਆਖਦੇ ਹਨ। ਪੁਨ ਖੁਸ਼ੀ ਹੋਤ ਨਿਤ ਪ੍ਰਤ ਮਹਾਨ। ਲੋਕ ਕਵੀ ਜੀ ਕਹਿੰਦੇ ਨੇ ਦਿਨ ਬਦਿਨ ਗੁਰੂ ਘਰ ਦੇ ਵਿੱਚ ਨਿਤ ਨਵੀਆਂ ਖੁਸ਼ੀਆਂ ਪ੍ਰਗਟ ਹੋ ਰਹੀਆਂ ਹਨ। ਦਿਨ ਪ੍ਰਤ ਕਰਾਹੂ ਹੋਏ ਕਰਹੇ ਖਾਨ। ਤੇ ਦਿਨ ਪ੍ਰਤੀ ਦਿਨ ਹੁਣ ਸਾਹਿਬਜ਼ਾਦਾ ਜੀ ਉਹ ਅੰਨ ਪਾਣੀ ਭੋਜਨ ਵੀ ਖੁਸ਼ੀ ਨਾਲ ਛਕਣ ਲੱਗ ਪਏ ਹਨ। ਅਰਦਾਸ ਹੋਤ ਬਾਂਛਤ ਜੋ ਕੋਏ। ਲੋਕ ਕੋਈ ਵੀ ਗੁਰਸਿੱਖ ਮਾਈ ਭਾਈ ਜਦੋਂ ਆਉਂਦਾ ਹੈ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਉਂਦਾ ਹੈ ਤੇ ਅਰਦਾਸ ਕਰਨ ਦਾ ਫਲ ਇਹ ਹੁੰਦਾ ਹੈ, ਜਿਸ ਭਾਵਨਾ ਨੂੰ ਲੈ ਕੇ ਕੋਈ ਗੁਰਸਿੱਖ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਉਂਦਾ ਹੈ ਉਹਨੂੰ ਮਾਨਸਿਕ ਫਲ ਪ੍ਰਾਪਤ ਹੋ ਜਾਂਦਾ ਹੈ। ਕਰੁਣਾ ਨਿਦਾਨ ਪੂਰੰਤ ਸੋਏ। ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਗੁਰਸਿੱਖਾਂ ਦੀ ਭਾਵਨਾ ਸ਼ਰਧਾ ਪੂਰੀ ਕਰ ਦਿੰਦੇ ਹਨ। ਸਭ ਦੇਸ਼ ਦੇਸ਼ ਮਹਿ ਤਜ ਮਸੰਦ। ਲੋਕ ਗੁਰੂ ਮਹਾਰਾਜ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਹਦਾ ਮਤਲਬ ਇਹ ਹੈ ਇੱਕ ਤਾਂ ਜਿਵੇਂ ਕੋਈ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਹਿਮਾਚਲ ਹੋ ਗਿਆ, ਇਸੇ ਤਰ੍ਹਾਂ ਬਾਕੀ ਜਿਹੜੇ ਹੋਰ ਬਾਹਰਲੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਗੁਰੂ ਮਹਾਰਾਜ ਨੇ ਕਈ ਜਥੇਦਾਰ ਥਾਪੇ ਹੋਏ ਨੇ ਜਿਹੜੇ ਸੰਗਤਾਂ ਦੇ ਪਾਸੋਂ ਭੇਟਾ, ਕਾਰ ਸੇਵਾ, ਮਾਇਆ ਲੈ ਕੇ ਗੁਰੂ ਮਹਾਰਾਜ ਦੇ ਪਾਸ ਦਿੰਦੇ ਸਨ। ਹੁਣ ਦੇਸ਼ਾਂ ਦੇਸ਼ਾਂ ਦੇ ਜਿਹੜੇ ਛੱਡੇ ਹੋਏ ਮਸੰਦ ਹਨ, ਗੁਰਕਾਰ ਚਲੀ ਆਵੇ ਬਿਲੰਦ। ਉਹ ਸੰਗਤਾਂ ਦੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਗੁਰੂ ਘਰ ਦੇ ਵਿੱਚ ਲਿਆ ਰਹੇ ਨੇ ਤੇ ਇਸ ਤਰ੍ਹਾਂ ਬੇਅੰਤ ਮਾਇਆ ਵੀ ਚਲੀ ਆ ਰਹੀ ਹੈ। ਸਿੱਖ ਮੁਖ ਤਿਨਹੁ ਸਿਰ ਪਾਉ ਦੇਤ। ਤੇ ਜਿਹੜੇ ਮੁਖੀ ਸਿੱਖ ਹੁੰਦੇ ਨੇ ਸੰਗਤ ਵਿੱਚ ਨਾਲ ਸੰਗਤਾਂ ਵੀ ਆਉਂਦੀਆਂ ਨੇ ਤੇ ਜਿਹੜੇ ਨਹੀਂ ਆ ਸਕਦੇ ਉਹ ਆਪਣੇ ਵੱਲੋਂ ਮਾਇਆ ਸੇਵਾ ਭੇਜ ਦਿੰਦੇ ਨੇ ਤੇ ਜਿਹੜੇ ਮੁਖੀ ਸਿੱਖ ਨੇ ਸੰਗਤ ਵਿੱਚ ਉਹਨਾਂ ਨੂੰ ਗੁਰੂ ਮਹਾਰਾਜ ਸਰੋਪਾਉ ਦਿੰਦੇ ਹਨ। ਬਹੁ ਸੰਗ ਸੰਗਤਾ ਸੋਏ ਲੇਤ। ਤੇ ਬਹੁਤ ਸਾਰੀਆਂ ਸੰਗਤਾਂ ਨੇ ਉਹ ਵੀ ਲੈਂਦੀਆਂ ਨੇ। ਇਹਦਾ ਮਤਲਬ ਇਹ ਹੈ ਗੁਰੂ ਘਰ ਦੀ ਮਰਜ਼ਾਦਾ ਹੀ ਹੈ, ਜਦੋਂ ਕੋਈ ਗੁਰਸਿੱਖ ਮਾਈ ਭਾਈ ਕੋਈ ਗੁਰੂ ਘਰ ਵਿੱਚ ਆ ਕੇ ਸੇਵਾ ਕਰਦਾ ਹੈ ਫਿਰ ਉਹਦਾ ਮਾਨ ਸਨਮਾਨ ਕੀਤਾ ਜਾਂਦਾ ਹੈ, ਉਹਨੂੰ ਸਰੋਪਾਉ ਦਿੱਤਾ ਜਾਂਦਾ ਹੈ।
ਦੇਸ਼ਨ ਵਿਦੇਸ਼ ਵੱਡ ਟੋਲ ਬਾਂਧ। ਲੋਕ ਗੁਰਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ, ਟੋਲ ਦਾ ਅਰਥ ਹੈ ਕਾਫਲੇ, ਜਥੇ ਬਨ ਬਨ ਕੇ ਆਉਂਦੀਆਂ ਹਨ। ਧਨ ਲੈ ਪਹੁੰਚ ਗੁਰ ਕੋ ਅਰਾਧ। ਤੇ ਉਹ ਧਨ ਲੈ ਕੇ ਪਹੁੰਚਦੀਆਂ ਨੇ ਤੇ ਗੁਰੂ ਮਹਾਰਾਜ ਨੂੰ ਚੇਤੇ ਕਰਦੀਆਂ ਹਨ। ਅਤ ਦੁਰਲਭ ਪਦਾਰਥ ਆਏ ਪਾਸ। ਗੱਲ ਕੀ ਜਿਹੜੇ ਬਹੁਤ ਦੁਰਲਭ ਚੀਜ਼ਾਂ ਨੇ, ਭਾਵ ਜਿਹੜੀਆਂ ਔਖੀਆਂ ਲੱਭਣ ਵਾਲੀਆਂ ਚੀਜ਼ਾਂ ਨੇ, ਕੋਈ ਪਦਾਰਥ ਨੇ, ਤੇ ਉਹ ਵੀ ਸੰਗਤਾਂ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਪਾਸ ਲੈ ਕੇ ਆਉਂਦੀਆਂ। ਅਰਪੰਤ ਦੀਨ ਹੋਏ ਦਰਬ ਰਾਸ। ਲੋਕ ਗੁਰੂ ਮਹਾਰਾਜ ਦੇ ਕੋਲ ਆ ਕੇ ਅਰਪਣ ਕਰਦੀਆਂ ਨੇ, ਜਿਹਦੇ ਵਿੱਚੋਂ ਬਹੁਤੀਆਂ ਸੰਗਤਾਂ ਧਨ ਹੀ ਭੇਟ ਕਰਦੀਆਂ ਨੇ, ਕਿਉਂਕਿ ਧਨ ਦੇ ਨਾਲ ਕੋਈ ਵੀ ਗੁਰੂ ਘਰ ਦੀ ਸੇਵਾ ਸਿਰੇ ਚੜ ਜਾਂਦੀ ਹੈ। ਹੋਏ ਦੀਪ ਮਾਲ ਸੰਕਰਾਂਤ ਮੇਖ। ਲੋਕ ਕਵੀ ਜੀ ਕਹਿੰਦੇ ਨੇ ਜਦੋਂ ਦੀਪ ਮਾਲਾ ਦਾ ਦਿਨ ਹੁੰਦਾ, ਆਪਾਂ ਵੀ ਪਿੱਛੇ ਇਹ ਬੰਦੀ ਛੋੜ ਦਿਵਸ ਦੀਵਾਲੀ ਦਾ ਪੁਰਬ ਮਨਾਇਆ ਹੈ, ਤੇ ਜਾਂ ਕੋਈ ਮੇਖ ਤੋਂ ਭਾਵ ਹੈ ਵੈਸਾਖ ਦੀ ਸੰਗਰਾਂਦ, ਕੋਈ ਵੈਸਾਖੀ ਦਾ ਵੱਡਾ ਜੋੜ ਮੇਲਾ ਹੁੰਦਾ ਹੈ। ਸਿੱਖ ਸੰਗਤ ਤਬ ਆਹੇ ਵਿਸ਼ੇਖ। ਉਸ ਵੇਲੇ ਗੁਰੂ ਘਰ ਦੇ ਵਿੱਚ ਬਹੁ ਗਿਣਤੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਹਨ। ਗੁਰ ਤੀਰ ਭੀਰ ਪਰ ਜਾਏ ਪੂਰ। ਤੇ ਜਦੋਂ ਬਹੁ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ ਵੱਡੇ ਜੋੜ ਮੇਲਿਆਂ ਤੇ ਦੀਪਮਾਲਾ ਜਾਂ ਵੈਸਾਖੀ ਦੇ ਪੁਰਬ ਦੇ ਸਮੇਂ, ਤੇ ਗੁਰੂ ਮਹਾਰਾਜ ਦੇ ਕੋਲ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ। ਇੱਕ ਦਰਸ਼ਨ ਹਿਤ ਆਵਹਿ ਜ਼ਰੂਰ। ਕਿਉਂਕਿ ਕੈਸੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਦਾ ਇਹ ਨਿਯਮ ਹੀ ਹੈ, ਉਹਨਾਂ ਨੇ ਸਾਲ ਵਿੱਚ 2 ਵਾਰੀ ਦੀਪਮਾਲਾ ਤੇ ਵੈਸਾਖੀ ਦੇ ਜੋੜ ਮੇਲੇ ਤੇ ਆਉਣਾ ਹੀ ਆਉਣਾ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹਨ। ਸਭ ਘਟਨ ਜਾਨ ਗਨ ਸਿਖ ਆਏ। ਲੋਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਜਾਣ ਕੇ ਵੀ ਸਿੱਖ ਸਾਡੇ ਕੋਲ ਆਉਂਦੇ ਨੇ, ਤੇ ਜਿਸ ਭਾਵਨਾ ਨੂੰ ਲੈ ਕੇ, ਜੋ ਉਹਨਾਂ ਦੇ ਹਿਰਦੇ ਵਿੱਚ ਕੋਈ ਭਾਵਨਾ ਹੁੰਦੀ ਹੈ, ਉਹਨੂੰ ਜਾਣ ਕੇ, ਉਹਨੂੰ ਮਹਿਸੂਸ ਕਰਕੇ ਬਾਸ਼ਤ ਸੁਦੇਤ ਆਨੰਦ ਉਪਾਏ। ਹੁਣ ਵੇਖ ਲਓ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਹੁੰਦੀਆਂ ਨੇ, ਕਿਸੇ ਦੀ ਕੋਈ ਭਾਵਨਾ, ਕਿਸੇ ਦੀ ਕੋਈ ਇੱਛਾ ਹੁੰਦੀ ਹੈ, ਤੇ ਗੁਰੂ ਮਹਾਰਾਜ ਸਭ ਦੀਆਂ ਇੱਛਾ ਪੂਰੀਆਂ ਕਰ ਦਿੰਦੇ। ਕਿਉਂ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ। ਸੋ ਐਸਾ ਹਰ ਧਿਆਈਆ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ। ਜਿਤੜੇ ਫਲ ਮਨ ਬੰਸ਼ ਕੇ ਤਿਤੜੇ ਸਤਿਗੁਰ ਪਾਸ। ਜਿੰਨੇ ਫਲ ਸਾਨੂੰ ਲੋੜੀਂਦੇ ਨੇ ਉਹ ਸਾਰੇ ਸਤਿਗੁਰੂ ਦੇ ਕੋਲ ਨੇ। ਆਓ ਭਾਵਨਾ ਦੇ ਨਾਲ ਕਰੋ ਅਰਦਾਸ, ਤੇ ਗੁਰੂ ਮਹਾਰਾਜ ਸਭ ਦੀਆਂ ਇੱਛਾ ਪੂਰੀਆਂ ਕਰਦੀਆਂ ਨੇ, ਤੇ ਬਹੁਤ ਆਨੰਦ ਪੈਦਾ ਹੁੰਦਾ ਹੈ। ਉਪਦੇਸ਼ ਦੇਤ ਸਤਨਾਮ ਕੇਰ। ਲਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਈ ਜਿਹੜੇ ਨਵੇਂ ਗੁਰਸਿੱਖ ਆਉਂਦੇ ਨੇ ਮਾਈ ਭਾਈ, ਉਹਨਾਂ ਨੂੰ ਸੱਚੇ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ। ਇਹਦਾ ਮਤਲਬ ਉਹਨਾਂ ਨੂੰ ਗੁਰਮਤਿ ਨਾਮ ਦ੍ਰਿੜ ਕਰਵਾਉਂਦੇ ਨੇ। ਪੁਰਾਣੀ ਮਰਜ਼ਾਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਪਹਿਲਾਂ ਚਰਨਾਮ੍ਰਿਤ ਚਰਨ ਪਾਹੁਲ ਦਿੱਤੀ ਜਾਂਦੀ ਸੀ, ਉਹਦੇ ਨਾਲ ਗੁਰਮਤਿ ਨਾਮ ਦ੍ਰਿੜ ਕਰਵਾਇਆ ਜਾਂਦਾ ਸੀ। ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਉਸ ਸਮੇਂ ਤੋਂ ਫਿਰ ਇਹ ਮਰਜ਼ਾਦਾ ਚੱਲ ਪਈ, ਪੀਵੋ ਪਾਹੁਲ ਖੰਡ ਤਾਰ ਹੋਈ ਜਨਮ ਸੁਹੇਲਾ। ਪਰ ਹੁਣ ਇਹ ਪਹਿਲੇ ਸਮੇਂ ਦੀ ਵਾਰਤਾ ਕਵੀ ਜੀ ਲਿਖ ਰਹੇ ਨੇ ਵੀ ਜਿਹੜੇ ਨਵੇਂ ਸਿੱਖ ਆਉਂਦੇ ਨੇ ਉਹਨਾਂ ਨੂੰ ਗੁਰੂ ਮਹਾਰਾਜ ਚਰਨ ਪਾਹੁਲ ਦੁਆਰਾ ਸੱਚਾ ਨਾਮ ਦ੍ਰਿੜ ਕਰਵਾਉਂਦੇ ਹਨ। ਸਿਮਰੰਤ ਸਿੱਖ ਸ਼ਕਤੀ ਵਡੇਰ। ਤੇ ਬਹੁਤ ਸਾਰੇ ਗੁਰਸਿੱਖ ਮਾਈ ਭਾਈ ਉਹ ਸਤਿਗੁਰੂ ਦੇ ਬਖਸ਼ੇ ਨਾਮ ਨੂੰ ਸਿਮਰਦੇ ਨੇ, ਤੇ ਫਿਰ ਸਿਮਰਨ ਕਰਕੇ ਮਿਲਦਾ ਕੀ ਹੈ? ਸ਼ਕਤੀ ਵਡੇਰ। ਉਹਨਾਂ ਵਿੱਚ ਬਹੁਤ ਵੱਡੀ ਸ਼ਕਤੀ ਆ ਜਾਂਦੀ ਹੈ। ਕਿਉਂ? ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਵਾਹਿਗੁਰੂ ਦੇ ਸਿਮਰਨ ਦੁਆਰਾ ਸਭ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਉਹ ਵੀ ਪ੍ਰਾਪਤ ਹੋ ਜਾਂਦੀਆਂ ਨੇ। ਜੋ ਗੁਰਸਿੱਖ ਮਾਈ ਭਾਈ ਬਚਨ ਕਹਿ ਦੇਣ ਤੇ ਉਹਨਾਂ ਦੇ ਪੂਰੇ ਹੋਣ ਲੱਗ ਜਾਂਦੇ ਨੇ। ਆ ਜਿਹੜੇ ਚੰਗੇ ਚੰਗੇ ਸਾਧੂ ਮਹਾਤਮਾ ਮਹਾਂਪੁਰਖ ਹੁੰਦੇ ਨੇ, ਤੇ ਉਹਨਾਂ ਦੇ ਕੋਲ ਲੋਕ ਕਿਉਂ ਜਾਂਦੇ ਨੇ? ਖਾਸ ਕਰਕੇ ਜਿਹੜੇ ਰਿੱਧੀ ਸਿੱਧੀ ਵਾਲੇ ਹੁੰਦੇ ਨੇ, ਉਹਨਾਂ ਦੇ ਬਚਨ ਪੂਰੇ ਹੁੰਦੇ ਨੇ, ਇਸੇ ਲਈ ਲੋਕ ਉਹਨਾਂ ਦੇ ਪਾਸ ਜਾਂਦੇ ਨੇ, ਅਰਦਾਸਾਂ ਕਰਾਉਂਦੇ ਨੇ, ਸੇਵਾਵਾਂ ਕਰਦੇ ਨੇ। ਹੁਣ ਕਈ ਐਸੇ ਗੁਰਸਿੱਖ ਨੇ ਜਿਹੜੇ ਗੁਰੂ ਦੇ ਬਖਸ਼ੇ ਨਾਮ ਦਾ ਸਿਮਰਨ ਕਰਦੇ ਨੇ,
ਉਹਨਾਂ ਵਿੱਚ ਬਹੁਤ ਵੱਡੀ ਸ਼ਕਤੀ ਆ ਜਾਂਦੀ ਹੈ। ਤਜ ਕਾਮ ਕ੍ਰੋਧ ਮਦ ਲੋਭ ਮੋਹ। ਕਈ ਐਸੇ ਗੁਰਸਿੱਖ ਮਾਈ ਭਾਈ ਨੇ ਜਿਹੜੇ ਸਿਮਰਨ ਕਰਕੇ ਕਾਮ ਕ੍ਰੋਧ ਲੋਭ ਮੋਹ ਤੇ ਮਦ ਹੰਕਾਰ ਇਹਨੂੰ ਛੱਡ ਦਿੰਦੇ ਨੇ। ਕਿਉਂ? ਸਭ ਤੋਂ ਵੱਡੇ ਦੁਸ਼ਮਣ ਸਾਡੇ ਇਹ 5 ਵਿਕਾਰ ਨੇ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਫਰਮਾਉਂਦੇ ਨੇ, ਜਿਨ ਮਿਲ ਮਾਰੇ 5 ਸੂਰ ਵੀਰ ਐਸੋ ਕੌਣ ਬਲੀ ਰੇ, ਜਿਨ 5 ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਕਲਯੁਗ ਦੇ ਵਿੱਚ ਪੂਰਾ ਸੂਰਾ ਕੌਣ ਹੈ? ਪੂਰਾ ਸੂਰਾ ਉਹ ਹੈ ਜਿਸ ਨੇ 5 ਵਿਕਾਰਾਂ ਨੂੰ ਜਿੱਤ ਲਿਆ। ਇਹਨਾਂ ਨੂੰ ਜਿੱਤਣਾ ਕੋਈ ਆਸਾਨ ਨਹੀਂ, ਕਿਉਂਕਿ ਇਹ ਬੜੇ ਸੂਰਮੇ ਨੇ। ਜਿਨ ਮਿਲ ਮਾਰੇ 5 ਸੂਰਬੀਰ, ਇਹ ਵੀ ਬੜੇ ਸੂਰਬੀਰ ਬਹਾਦਰ ਨੇ। ਇਹਨਾਂ ਨੂੰ ਢਾਉਣਾ, ਇਹਨਾਂ ਨੂੰ ਨਾਸ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਹ ਤੇ ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਮਿਹਰ ਹੋ ਜਾਵੇ, ਨਾਮ ਬਾਣੀ ਦੀ ਸ਼ਕਤੀ ਦੇ ਨਾਲ, ਫਿਰ ਇਹ ਵਸ ਵਿੱਚ ਆਉਂਦੇ ਨੇ। ਇਸੇ ਲਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ 5 ਵਿਕਾਰ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਉਪਦੇਸ਼ ਹੈ, ਦੀਖਿਆ ਮੰਤਰ ਹੈ, ਉਹਦਾ ਸਿਮਰਨ ਕਰਨਾ ਪੈਂਦਾ। ਜਿਹੜਾ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ ਹੈ, 5 ਵਿਕਾਰਾਂ ਨੂੰ ਜਿੱਤ ਲੈਂਦਾ ਹੈ, ਉਹ ਬਣਦਾ ਸੰਤ, ਉਹ ਬਣਦਾ ਪੂਰਨ ਗੁਰਸਿੱਖ। ਉਹਨੂੰ ਕਹਿੰਦੇ ਨੇ ਇਹ ਮਹਾਂਪੁਰਖ ਹੈ। 3 ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਜਿਨ੍ਹਾਂ ਨੇ 5 ਨੂੰ ਜਿੱਤ ਲਿਆ ਨਾ, ਉਹਨੇ ਪੂਰਨ ਸੰਤ। ਕਵੀ ਸੰਤੋਖ ਸਿੰਘ ਕਹਿੰਦਾ, ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ। ਇਹ ਬਹੁਤ ਔਖਾ ਕੰਮ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਈ ਐਸੇ ਗੁਰਸਿੱਖ ਨੇ ਜਿਹੜੇ ਸਿਮਰਨ ਦੇ ਨਾਲ ਵਿਕਾਰਾਂ ਨੂੰ ਜਿੱਤ ਲੈਂਦੇ ਹਨ। ਅਪਮਾਨ ਮਾਨ ਇੱਕ ਰਸਹੇ ਹੋ। ਤੇ ਕਈਆਂ ਤੇ ਐਸੀ ਮਿਹਰ ਹੋ ਜਾਂਦੀ ਹੈ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਕੋਈ ਉਹਨਾਂ ਦਾ ਮਾਣ ਆਦਰ ਕਰੇ ਤੇ ਕੋਈ ਅਪਮਾਨ ਨਿਰਾਦਰ ਕਰ ਦੇਵੇ। ਉਹ ਦੋਹਾਂ ਨੂੰ ਇੱਕੋ ਜਿਹਾ ਹੀ ਸਮਝਣ ਲੱਗ ਜਾਂਦੇ ਨੇ। ਭਾਵ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ, ਇੱਕ ਪਾਸੇ ਉਹਨਾਂ ਦਾ ਕੁਝ ਸ਼ਰਧਾਲੂ ਕਈ ਤਰ੍ਹਾਂ ਦੇ ਪਦਾਰਥ ਲੈ ਕੇ, ਮਾਇਆ ਬਸਤਰ ਭੋਜਨ ਲੈ ਕੇ ਖੜਾ ਹੋਵੇ, ਤੇ ਦੂਜੇ ਪਾਸੇ ਜਿਹੜੇ ਦੁਸ਼ਮਣ ਨੇ ਉਹ ਹਥਿਆਰ ਲੈ ਕੇ ਉਹਦੇ ਸਿਰ ਤੇ ਆ ਕੇ ਖੜੇ ਹੋ ਕੇ ਧਮਕੀਆਂ ਦੇਣ, ਅਸੀਂ ਤੈਨੂੰ ਛੱਡਣਾ ਨਹੀਂ, ਅਸੀਂ ਤੈਨੂੰ ਮਾਰ ਦੇਣਾ। ਉਹਨਾਂ ਦੋਹਾਂ ਦੇ ਵਿੱਚ ਜਿਹੜਾ ਆਪਣੀ ਅਵਸਥਾ ਨੂੰ, ਮਨ ਨੂੰ ਅਡੋਲ ਰੱਖ ਸਕਦਾ ਹੋਵੇ, ਉਹ ਹੈ ਪੂਰਨ ਸਾਧੂ, ਉਹ ਹੈ ਪੂਰਨ ਮਹਾਂਪੁਰਖ। ਨਿੰਦਕ ਆਵਦ ਹੋਏ ਉਪਦੇਸ਼ ਤੇ, ਇੱਕ ਪਾਸੇ ਨਿੰਦਕ ਸ਼ਸਤਰ ਲੈ ਕੇ ਧਮਕੀਆਂ ਦਿੰਦੇ ਹੋਣ, ਦੂਜੇ ਪਾਸੇ ਸ਼ਰਧਾਲੂ ਹੱਥ ਜੋੜ ਕੇ ਬੇਨਤੀਆਂ ਕਰਦੇ ਹੋਣ। ਦੋਹਾਂ ਦੇ ਵਿੱਚ ਇੱਕ ਸਮਾਨ ਬਿਰਤੀ ਰੱਖਦਾ ਹੋਵੇ ਕਿ ਐਸੇ ਵੀ ਗੁਰਸਿੱਖ ਨੇ ਜਿਹੜੇ ਮਾਨ ਅਪਮਾਨ ਦੇ ਵਿੱਚ ਇੱਕ ਸਮਾਨ ਰਹਿੰਦੇ ਹਨ। ਹਉਮੈ ਨਿਵਾਰ ਭਾਣਾ ਸੁਮਨ। ਲੋਕ ਕਈ ਐਸੇ ਗੁਰਸਿੱਖ ਨੇ ਨਾਮ ਸਿਮਰਨ ਦੀ ਕਮਾਈ ਕਰਦੇ ਨੇ, ਤੇ ਫਿਰ ਉਹ ਹਉਮੈ ਨੂੰ ਨਾਸ ਕਰਕੇ ਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਹਨ। ਰੱਬ ਕਰਿਓ ਜਾਨ ਨਿਤ ਰਹੋ ਪ੍ਰਸੰਨ। ਤੇ ਗੁਰੂ ਮਹਾਰਾਜ ਸਭ ਨੂੰ ਇਹ ਉਪਦੇਸ਼ ਦਿੰਦੇ ਨੇ, ਭਾਈ ਤੁਸੀਂ ਭਾਣਾ ਮੰਨੋ, ਹਉਮੈ ਤਜਨ ਨਾਮ ਲਿਵ ਲਾਵਨ। ਭਾਣਾ ਮੰਨਣ ਪੰਥਿਓ ਪਾਵਨ। ਹਉਮੈ ਦਾ ਤਿਆਗ ਕਰੋ, ਨਾਮ ਦੇ ਵਿੱਚ ਚਿੱਤ ਬਿਰਤੀ ਨੂੰ ਜੋੜੀ ਰੱਖੋ, ਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨੋ। ਜਦੋਂ ਇਸ ਤਰ੍ਹਾਂ ਕਰੋਗੇ ਕਿ ਫਿਰ ਤੁਹਾਡੇ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਵੇਗਾ। ਨਹਿ ਅਪਰ ਕੋਏ ਦੁੱਖ ਸੁਖ ਜੋ ਦੇ। ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਭਲਿਓ ਲੋਕੋ, ਜਿਹੜਾ ਕਿਸੇ ਨੂੰ ਦੁੱਖ ਦਿੰਦਾ ਜਾਂ ਸੁੱਖ ਦਿੰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਕਿਉਂ? ਉਹਦੇ ਭਾਣੇ ਵਿੱਚ ਹੀ ਦੁੱਖ ਤੇ ਸੁੱਖ ਸਾਨੂੰ ਪ੍ਰਾਪਤ ਹੁੰਦੇ ਨੇ। ਤੇ ਜਿਹੜੇ ਗੁਰਮੁਖ ਨੇ, ਉਹ ਦੁੱਖ ਤੇ ਸੁੱਖ ਨੂੰ ਸਮਾਨ ਕਰਕੇ ਸਹਾਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਸੁੱਖ ਵਾਹਿਗੁਰੂ ਦੀ ਦਾਤ ਹੈ ਤੇ ਦੁੱਖ ਵੀ ਉਹਦੀ ਦਾਤ ਹੀ ਹੈ। ਜਪਜੀ ਸਾਹਿਬ ਬਾਣੀ ਆਪਾਂ ਪੜ੍ਹਦੇ ਹਾਂ ਨਾ, ਉਹਦੇ ਵਿੱਚ ਲਿਖਿਆ ਹੋਇਆ ਹੈ, ਕੀਤਿਆਂ ਦੁਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾ। ਕਈਆਂ ਨੂੰ ਦੁੱਖ ਭੁੱਖ ਦੀ ਮਾਰ ਪੈਂਦੀ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਵਾਹਿਗੁਰੂ, ਦੁੱਖ ਵੀ ਤੇਰੀ ਇੱਕ ਦਾਤ ਹੈ। ਉਹ ਕਿਉਂ?
ਮਹਾਂਪੁਰਖ ਵਿਚਾਰ ਦੱਸਦੇ ਸਨ, ਜਦੋਂ ਆਦਮੀ ਨੂੰ ਬਹੁਤਾ ਸੁੱਖ ਮਿਲ ਜਾਂਦਾ ਹੈ ਨਾ, ਤੇ ਆਦਮੀ ਰੱਬ ਨੂੰ ਭੁੱਲ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਾਹੀਂ ਮਰਨ ਵਿਚਾਰਾ। ਤੇ ਜਦੋਂ ਫਿਰ ਕੋਈ ਕਸ਼ਟ ਆਉਂਦਾ ਹੈ, ਦੁੱਖ ਆਉਂਦਾ ਹੈ, ਫਿਰ ਆਦਮੀ ਰੱਬ ਨੂੰ ਚੇਤੇ ਕਰਦਾ ਹੈ। ਇਸੇ ਲਈ ਸੁੱਖ ਵੇਲੇ ਰੱਬ ਭੁੱਲਦਾ, ਦੁੱਖ ਵੇਲੇ ਯਾਦ ਆਉਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਹੈ, ਵਾਹਿਗੁਰੂ ਜੀ ਦੁੱਖ ਵੀ ਤੇਰੀ ਦਾਤ ਹੈ। ਇਸੇ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ, ਜਿਹੜਾ ਅਸਲੀ ਜੀਵਨ ਮੁਕਤ ਪੁਰਸ਼ ਉਹ ਹੁੰਦਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਜਿਹੜਾ ਪੁਰਸ਼ ਦੁੱਖ ਵਿੱਚ ਰਹਿੰਦਾ ਹੋਇਆ ਦੁੱਖ ਨੂੰ ਦੁੱਖ ਨਹੀਂ ਮੰਨਦਾ, ਉਹ ਅਸਲੀ ਮਹਾਂਪੁਰਖ ਹੁੰਦਾ। ਅਸੀਂ ਦੁੱਖ ਨੂੰ ਦੁੱਖ ਮੰਨਦੇ ਹਾਂ ਸਾਰੇ। ਕਿਸੇ ਦੇ ਕੰਡਾ ਵੀ ਚੁੱਭ ਜਾਵੇ ਤੇ ਅਸੀਂ ਹਾਹਾਕਾਰ ਕਰਨ ਲੱਗ ਜਾਂਦੇ। ਮਾੜਾ ਜਿਹਾ ਕਸ਼ਟ ਆਉਂਦਾ ਹੈ ਤੇ ਉਸੇ ਵੇਲੇ ਹਾਲ ਦੁਹਾਈ ਮਚਾਉਣ ਲੱਗ ਜਾਂਦੇ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹ ਦੁੱਖ ਨੂੰ ਵੀ ਵਾਹਿਗੁਰੂ ਦੀ ਦਾਤ ਸਮਝ ਕੇ ਖਿੜੇ ਮੱਥੇ ਸਹਾਰਦੇ ਨੇ। ਜਦੋਂ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦਿੰਦੇ ਨੇ, ਉਹਨਾਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ। ਜਦੋਂ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ, ਉੱਥੇ ਚੰਦੂ ਦੀ ਹਵੇਲੀ ਵਿੱਚ ਗੁਰੂ ਮਹਾਰਾਜ ਨੂੰ ਕੈਦ ਕੀਤਾ ਹੋਇਆ ਸੀ। ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੰਨੇ ਭਿਆਨਕ ਤਸੀਹੇ ਦਿੱਤੇ ਜਾ ਰਹੇ ਸਨ, ਜਿਸ ਨੂੰ ਸੁਣ ਕੇ, ਪੜ੍ਹ ਕੇ, ਮਹਿਸੂਸ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਕਿਧਰੇ ਗੁਰੂ ਮਹਾਰਾਜ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਂਦਾ ਹੈ, ਕਿਧਰੇ ਤੱਤੀ ਲੋਹ ਤੇ ਬਿਠਾਇਆ ਜਾਂਦਾ ਹੈ, ਤੇ ਗੁਰੂ ਮਹਾਰਾਜ ਦੇ ਸੀਸ ਉੱਤੇ ਲਾਲ ਸੁਰਖ ਰੇਤਾ ਪਾਇਆ ਜਾਂਦਾ ਹੈ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਆਖਦੇ ਨੇ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸਿੱਖਿਆ ਦੂਜਿਆਂ ਨੂੰ ਨਹੀਂ ਦਿੱਤੀ, ਉਹਨੂੰ ਆਪਣੇ ਤੇ ਹੰਢਾ ਕੇ, ਕਮਾ ਕੇ, ਵਰਤਾ ਕੇ ਵੀ ਦਿਖਾਇਆ ਵੀ ਕਿਵੇਂ ਭਾਣਾ ਮੰਨਿਆ। ਇਉਂ ਗੁਰੂ ਅਰਜਨ ਦੇਵ ਮਹਾਰਾਜ ਇਹ ਉਪਦੇਸ਼ ਦਿੰਦੇ ਨੇ, ਗੁਰਮੁਖੋ ਵੀ ਹਉਮੈ ਨਹੀਂ ਛੱਡੋ, ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨੋ। ਜਿਵੇਂ ਵਾਹਿਗੁਰੂ ਤੁਹਾਨੂੰ ਰੱਖਦਾ ਹੈ ਤੇ ਭਾਣੇ ਵਿੱਚ ਪ੍ਰਸੰਨ ਰਵੋ, ਤੇ ਨਾਲ ਇਹ ਸਮਝੋ ਜੋ ਦੁੱਖ ਮਿਲਦਾ ਤੇ ਸੁੱਖ ਮਿਲਦਾ ਹੈ ਤੇ ਇਹ ਵਾਹਿਗੁਰੂ ਦੇ ਭਾਣੇ ਵਿੱਚ ਹੀ ਮਿਲਦਾ ਹੈ। ਇਸ ਲਈ ਕਦੇ ਵੀ ਦੁੱਖ ਦੇ ਵਿੱਚ ਵਾਹਿਗੁਰੂ ਨੂੰ ਭੁੱਲੋ ਨਾ, ਗਿਲੇ ਸ਼ਿਕਵੇ ਨਾ ਕਰੋ, ਦੁੱਖ ਨੂੰ ਦਾਤ ਸਮਝ ਕੇ ਸਿਮਰਨ ਕਰੋ। ਜਿਵੇਂ ਸਿਆਣੇ ਗੁਰਮੁਖਾਂ ਨੇ ਕੁਛ ਐਸੇ ਬਚਨ ਆਖੇ ਨੇ, ਦੁੱਖ ਵੇਲੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਸੁੱਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ, ਤੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ, ਬਾਣੀ ਪੜ੍ਹਦੇ ਰਹੋ। ਇਹ ਸਿੱਖੀ ਦੇ ਅਸੂਲ ਨੇ, ਉਹਨਾਂ ਨੂੰ ਗੁਰੂ ਮਹਾਰਾਜ ਦ੍ਰਿੜ ਕਰਵਾ ਰਹੇ ਹਨ। ਕਰਤਾਰ ਪੁਰਖ ਤਿਸ ਨਾਮ ਲਿਆ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਵੀ ਜਿਹੜਾ ਕਰਤਾ ਪੁਰਖ ਵਾਹਿਗੁਰੂ ਹੈ, ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਭਾਈ ਨਾਮ ਲੈਣਾ ਚਾਹੀਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰੋ। ਅਨਿਆਏ ਕਰਤ ਨਹਿ ਕਬਹੂ ਜੋਏ। ਤੇ ਨਾਲ ਇਹ ਵੀ ਆਪਣੇ ਮਨ ਵਿੱਚ ਸਮਝਣਾ ਹੈ, ਉਹ ਵਾਹਿਗੁਰੂ ਕਿਸੇ ਨਾਲ ਵੀ ਅਨਿਆਂ ਨਹੀਂ ਕਰਦਾ, ਧੱਕਾ ਨਹੀਂ ਕਰਦਾ, ਜ਼ਿਆਦਤੀ ਨਹੀਂ ਕਰਦਾ, ਕੋਈ ਬੇਇਨਸਾਫੀ ਨਹੀਂ ਕਰਦਾ। ਜੋ ਵੀ ਦੁੱਖ ਤੇ ਸੁੱਖ ਸਾਨੂੰ ਮਿਲਦੇ ਨੇ, ਉਹ ਸਾਡੇ ਕੀਤੇ ਆਪਣੇ ਕਰਮਾਂ ਦਾ ਹੀ ਫਲ ਹੁੰਦਾ ਹੈ। ਸਭ ਜਥਾ ਜੋਗ ਕ੍ਰਿਤ ਕਰਹਿ ਸੋਏ। ਉਹ ਵਾਹਿਗੁਰੂ ਜਿਸ ਤਰ੍ਹਾਂ ਯੋਗ ਹੈ, ਉਸੇ ਤਰ੍ਹਾਂ ਹੀ ਉਹ ਕਿਰਤ ਕਰ ਰਿਹਾ ਹੈ। ਭਾਵ ਜੋ ਵੀ ਕੁਛ ਹੋ ਰਿਹਾ ਵਾਹਿਗੁਰੂ ਦੇ ਭਾਣੇ ਵਿੱਚ ਹੋ ਰਿਹਾ ਹੈ। ਅਸ ਦੀਨ ਬੰਦ ਤਿਸ ਕਰਹੁ ਮੀਤ। ਉਹ ਵਾਹਿਗੁਰੂ ਪਰਮੇਸ਼ਰ ਦੀਨਾ ਬੰਧੂ ਹੈ। ਦੀਨ ਕਹਿੰਦੇ ਨੇ ਆਜਜ਼ ਨਿਮਾਣੀ ਗਰੀਬ ਨੂੰ। ਵਾਹਿਗੁਰੂ ਉਹਨਾਂ ਦਾ ਰਿਸ਼ਤੇਦਾਰ ਹੈ, ਉਹਨਾਂ ਦਾ ਨੇੜ ਦਾ ਸੰਬੰਧੀ ਹੈ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾਓ। ਜਾ ਕਾ ਮੀਰ ਸਾਜਨ ਹੈ ਸਮੀਆਂ, ਫਿਰ ਉਹਦੇ ਘਰੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ। ਜਿਸ ਜਨ ਕੋ ਕਾਕੀ ਕਮੀਆਂ,
ਜਿਸ ਦਾ ਮਿੱਤਰ ਵਾਹਿਗੁਰੂ ਪਰਮੇਸ਼ਰ ਬਣ ਜਾਂਦਾ ਹੈ ਉਹਨੂੰ ਕਿਸੇ ਗੱਲ ਦੀ ਕਮੀ ਰਹਿੰਦੀ ਹੀ ਨਹੀਂ ਹੈ। ਹੁਣ ਚਿੰਤ ਸ਼ੋਰ ਧਰ ਨਾਮ ਚੀਤ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ, ਗੁਰਸਿੱਖੋ ਸਾਰੀਆਂ ਚਿੰਤਾ ਛੱਡ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਚਿੱਤ ਵਿੱਚ ਧਾਰਨ ਕਰੋ। ਗੁਰਬਾਣੀ ਵਿੱਚ ਬਚਨ ਆਉਂਦੇ ਨੇ, ਚਿੰਤਤ ਹੀ ਦੀਸੈ ਸਭ ਕੋਈ, ਚੇਤ ਹੈ ਏਕ ਤਹੀਂ ਸੁਖ ਹੋਏ। ਚਿੰਤਤ ਹੀ ਦੀਸੈ ਸਭ ਕੋਈ, ਹਰ ਕੋਈ ਆਦਮੀ ਚਿੰਤਾ ਵਿੱਚ ਗਰਸਿਆ ਹੋਇਆ ਨਜ਼ਰ ਆਉਂਦਾ। ਕਿਸੇ ਨੂੰ ਕੋਈ ਟੈਨਸ਼ਨ ਬਣੀ ਹੋਈ ਹੈ, ਬੱਚਿਆਂ ਦੀ, ਘਰਵਾਲੀ ਦੀ, ਕਿਸੇ ਨੂੰ ਆਪਣੇ ਹਸਬੈਂਡ ਦੀ, ਕੋਈ ਨਾ ਕੋਈ ਚਿੰਤਾ ਲੈ ਕੇ ਅਸੀਂ ਬੈਠੇ ਹਾਂ। ਚਿੰਤਤ ਹੀ ਦਿਸੈ ਸਭ ਕੋਈ। ਹਜ਼ੂਰ ਕਹਿੰਦੇ, ਜੇ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੇ ਹੋ, ਚੇਤਾ ਹੈ ਇੱਕ ਦਾ ਚਿੰਤਨ ਕਰੋ, ਇੱਕ ਦੇ ਨਾਲ ਜੁੜੋ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਜਦੋਂ ਇੱਕ ਦਾ ਚਿੰਤਨ ਕਰੋਗੇ ਤਾਂ ਹਜ਼ੂਰ ਕਹਿੰਦੇ ਨੇ, ਇੱਕ ਹੈ ਚੇਤ ਤਹੀਂ ਸੁਖ ਹੋਏ, ਉੱਥੇ ਸੁਖ ਮਿਲ ਸਕਦਾ। ਜੇ ਚਿੰਤਾ ਤੋਂ ਮੁਕਤ ਹੋਣਾ, ਚਿੰਤਨ ਕਰੋ। ਜੇ ਫਿਕਰਾਂ ਤੋਂ ਖਹਿੜਾ ਛਡਾਉਣਾ, ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਇਹ ਉਪਦੇਸ਼ ਦਿੰਦੇ ਹਨ। ਇਸ ਭਾਂਤ ਦੇਤ ਉਪਦੇਸ਼ ਸਾਰ। ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਬਹੁਤ ਸੁੰਦਰ ਉਪਦੇਸ਼ ਦਿੰਦੇ ਹਨ। ਉਰ ਧਰਹਿ ਜੋ ਨਰ ਤਿਨ ਭੇ ਉਚਾਰ। ਲੋ ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੇ ਬਖਸ਼ੇ ਉਪਦੇਸ਼ ਨੂੰ ਧਾਰਨ ਕਰਦੇ ਨੇ ਤੇ ਫਿਰ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਸਿੱਖ ਕਰਾਮਾਤ ਜੁਤ ਭੇ ਕਿਤੇਕ। ਲੋਕ ਕਿੰਨੇ ਕੁ ਗੁਰਸਿੱਖ ਮਾਈ ਪਾਈ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਕਰਾਮਾਤਾਂ ਦੇ ਸੰਯੁਕਤ ਹੋ ਗਏ ਨੇ, ਜਿਹਨੂੰ ਆਪਾਂ ਰਿਧੀਆਂ ਸਿੱਧੀਆਂ ਕਹਿ ਦਿੰਦੇ ਆ ਤੇ ਮੁਸਲਮਾਨ ਉਹਨੂੰ ਕਰਾਮਾਤ ਕਹਿੰਦੇ ਨੇ। ਵੈਸੇ ਕਰਾਮਾਤ ਦਾ ਜਿਹੜਾ ਅਖਰੀ ਅਰਥ ਹੈ ਨਾ, ਕਰਮ ਦਾ ਅਰਥ ਹੁੰਦਾ ਕਰਮ ਬਖਸ਼ੀ, ਤੇ ਕਰਮਾਤ ਕਰਮ ਦਾ ਬਹੁਵਚਨ ਮੰਨਿਆ ਜਾਂਦਾ ਬਈ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਣੀ। ਹੁਣ ਜਦੋਂ ਕੋਈ ਮਹਾਂਪੁਰਖ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ, ਸਤਿਗੁਰੂ ਦੇ ਬਚਨ ਨੇ, ਰਿੱਧ ਸੇ ਤਿਨ ਕੈ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਆ ਰਿੱਧੀਆਂ ਸਿੱਧੀਆਂ ਸਭ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਇਹ ਵੀ ਬਚਨ ਧਿਆਨ ਦੇਣ ਵਾਲਾ ਹੈ। ਰਿੱਧ ਸੇ ਤਿਨ ਕੈ ਪਿੱਛੇ ਲੱਗੀਆਂ ਫਿਰੇ। ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ, ਨਾ ਕਿ ਉਹ ਰਿੱਧੀਆਂ ਸਿੱਧੀਆਂ ਮਗਰ ਫਿਰਦੇ ਨੇ। ਇਹ ਵੀ ਇੱਕ ਫਰਕ ਹੁੰਦਾ ਹੈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬੜੀ ਸੋਹਣੀ ਉਦਾਹਰਣ ਦਿੰਦੇ ਸਨ। ਰਿੱਧ ਸੇ ਤਿਨ ਕੈ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਜੇ ਆਦਮੀ ਸੂਰਜ ਵੱਲ ਨੂੰ ਮੂੰਹ ਕਰਕੇ ਤੁਰਦਾ ਹੈ, ਉਹਦੀ ਛਾਂ ਉਹਦੇ ਪਿੱਛੇ ਪਿੱਛੇ ਆਉਂਦੀ ਹੈ, ਤੇ ਜੇ ਕੋਈ ਸੂਰਜ ਵੱਲ ਨੂੰ ਪਿੱਠ ਕਰਕੇ ਤੁਰਦਾ ਹੈ, ਉਹਦੀ ਛਾਂ ਅੱਗੇ ਅੱਗੇ ਦੌੜਦੀ ਹੈ। ਇਹ ਜਿਹੜੀ ਮਾਇਆ ਹੈ, ਦੁਨੀਆ ਦੇ ਸੁੱਖ ਨੇ, ਇਹ ਵੀ ਪਰਛਾਵਾਂ ਹੀ ਹੈ, ਇਹ ਵੀ ਛਾਂ ਹੀ ਹੈ। ਜਦੋਂ ਅਸੀਂ ਵਾਹਿਗੁਰੂ ਦੇ ਸਨਮੁਖ ਹੋ ਕੇ ਚੱਲਦੇ ਹਾਂ, ਗੁਰਮੁਖ ਬਣ ਜਾਂਦੇ ਹਾਂ, ਜੋ ਗੁਰੂ ਨੇ ਸਾਨੂੰ ਹੁਕਮ ਕੀਤਾ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਤੇ ਫਿਰ ਉਹ ਰਿੱਧੀਆਂ ਸਿੱਧੀਆਂ ਦੁਨੀਆ ਦੇ ਸੁੱਖ ਮਾਇਆ ਉਹਨਾਂ ਦੇ ਪਿੱਛੇ ਪਿੱਛੇ ਫਿਰਦੀ ਹੈ। ਤੇ ਜੇ ਆਪਾਂ ਗੁਰੂ ਵੱਲੋਂ ਬੇਮੁਖ ਹੋ ਜਾਂਦੇ ਹਾਂ, ਜੇ ਕੋਈ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਇਹ ਰਿੱਧੀਆਂ ਸਿੱਧੀਆਂ ਸੁੱਖ ਅੱਗੇ ਅੱਗੇ ਦੌੜਦੇ ਨੇ, ਫਿਰ ਨਹੀਂ ਸਾਡੇ ਹੱਥ ਵਿੱਚ ਆ ਸਕਦੇ। ਤੇ ਆਪਾਂ ਨੂੰ ਗੁਰੂ ਦੇ ਸਨਮੁਖ, ਪਰਮੇਸ਼ਰ ਦੇ ਸਨਮੁਖ ਹੋਣ ਦੀ ਸਿੱਖਿਆ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਨਹਿ ਤਜਹਿ ਗੁਰੂ ਪਗ ਧਰਹਿ ਟੇਕ। ਲੋਕ ਗੁਰਸਿੱਖ ਭਾਵੇਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਧਨੀ ਵੀ ਹੋ ਗਏ ਨੇ, ਪਰ ਉਹ ਸਤਿਗੁਰੂ ਤੇ ਇੰਨਾ ਭਰੋਸਾ ਰੱਖਦੇ ਨੇ, ਕਦੇ ਵੀ ਗੁਰੂ ਚਰਨਾਂ ਦੀ ਓਟ ਛੱਡਦੇ ਨਹੀਂ ਹਨ। ਭਾਵ ਚਾਹੇ ਕੋਈ ਸਿੱਖ ਕਿੱਡਾ ਵੀ ਵੱਡਾ ਕਰਾਮਾਤੀ ਬਣ ਜਾਵੇ, ਬ੍ਰਹਮ ਗਿਆਨੀ ਬਣ ਜਾਵੇ, ਪਰ ਗੁਰੂ ਦਾ ਭਰੋਸਾ, ਗੁਰੂ ਦਾ ਪਿਆਰ ਉਹ ਕਦੀ ਵੀ ਭੁੱਲਣਾ ਨਹੀਂ ਚਾਹੀਦਾ। ਅੰਮ੍ਰਿਤ ਬਦੀਕ ਜਬ ਸਾਧ ਪਾਏ। ਲੋਕ ਕਵੀ ਜੀ ਕਹਿੰਦੇ ਨੇ, ਜਿਹੜਾ ਨਾਮ ਦਾ, ਬਾਣੀ ਦਾ ਅੰਮ੍ਰਿਤ ਰਸ ਹੈ ਨਾ, ਇਹ ਅੰਮ੍ਰਿਤ ਨਾਲੋਂ ਵੀ, ਦੁਨੀਆ ਦੇ ਸਵਾਦਲੇ ਪਦਾਰਥਾਂ ਨਾਲੋਂ ਵੀ ਇਹਦਾ ਵਧੇਕ ਸਵਾਦ ਹੈ ਜਦੋਂ ਉਹ ਕਿਸੇ ਨੂੰ ਮਿਲ ਜਾਂਦਾ। ਅਸ ਕੌਣ ਮੂੜ ਤਹਿ ਤਿਆਗ ਜਾਏ। ਇਹੋ ਜਿਹਾ ਕਿਹੜਾ ਮੂਰਖ ਬੰਦਾ ਹੈ ਤੇ ਜਿਹੜਾ ਵੀ ਉਸ ਅੰਮ੍ਰਿਤ ਨੂੰ, ਉਸ ਸਵਾਦ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲਿਆ ਜਾਵੇ। ਭਾਵ ਜਿਹਨੂੰ ਨਾਮ ਦਾ ਸਵਾਦ ਆ ਜਾਂਦਾ ਹੈ,
ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਬਾਬਾ ਫਰੀਦ ਜੀ 12 ਸਾਲ ਤਪੱਸਿਆ ਕਰਕੇ ਜਦੋਂ ਆਪਣੀ ਮਾਤਾ ਨੂੰ ਮਿਲਣ ਵਾਸਤੇ ਘਰ ਆਉਂਦੇ ਨੇ, ਮਾਤਾ ਜੀ ਨੂੰ ਬੜਾ ਚਾਅ ਹੈ, ਮੇਰਾ ਪੁੱਤਰ ਭਗਤੀ ਕਰਕੇ ਘਰ ਆਇਆ ਹੈ। ਤਰ੍ਹਾਂ ਤਰ੍ਹਾਂ ਦੇ ਮਿੱਠੇ ਪਦਾਰਥ ਲਿਆ ਕੇ ਮੂਹਰੇ ਰੱਖ ਦਿੱਤੇ ਤੇ ਨਾਲ ਹੀ ਕਹਿਣ ਲੱਗੀ, ਹੇ ਪੁੱਤਰ ਐ ਫਰੀਦ, ਤੂੰ ਬੰਦਗੀ ਕਰਕੇ ਆਇਆ, ਲੈ ਤੂੰ ਆ ਮਿੱਠੇ ਪਦਾਰਥ ਖਾ ਤੇ ਨਾਲ ਮੈਨੂੰ ਦੱਸ ਤੈਨੂੰ ਇਹ ਕਿੰਨੇ ਕੁ ਮਿੱਠੇ ਲੱਗਦੇ ਨੇ, ਕਿੰਨੇ ਕੁ ਸਵਾਦ ਲੱਗਦੇ ਨੇ। ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ, ਜਿਨ੍ਹਾਂ ਨੂੰ ਅਸਲੀ ਨਾਮ ਦਾ ਬੰਦਗੀ ਦਾ ਰਸ ਆ ਚੁੱਕਿਆ ਸੀ, ਇਹ ਰਸ ਛਾੜੀ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ, ਉਸ ਵੇਲੇ ਬੁਲੰਦ ਆਵਾਜ਼ ਦੇ ਵਿੱਚ ਪੁਕਾਰ ਉੱਠੇ, ਫਰੀਦਾ ਸ਼ੱਕਰ ਖੰਡ ਨਿਵਾਤ ਗੋੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਬਾਬਾ ਫਰੀਦ ਜੀ ਕਹਿਣ ਲੱਗੇ, ਮਾਂ ਸ਼ੱਕਰ ਖੰਡ ਨਵਾਤ ਮਿਸ਼ਰੀ ਨੂੰ ਕਹਿੰਦੇ ਨੇ, ਗੁੜ ਮਾਖਿਓ ਸ਼ਹਿਦ, ਮਈਆਂ ਦਾ ਦੁੱਧ, ਇਹ ਸਾਰੇ ਪਦਾਰਥ ਬੜੇ ਮਿੱਠੇ ਨੇ, ਬੜੇ ਸਵਾਦਿਸ਼ਟ ਨੇ, ਬਹੁਤ ਅੱਛੇ ਨੇ, ਬੜੇ ਮਧੁਰ ਨੇ, ਪਰ ਹੇ ਵਾਹਿਗੁਰੂ ਜੋ ਤੂੰ ਮੈਨੂੰ ਰਸ ਦਿੱਤਾ ਹੈ ਇਹ ਤੇਰੇ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੇ। ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਉਹ ਦਾਤਾਂ ਪ੍ਰਾਪਤ ਕਰਕੇ ਜਿਹੜੇ ਗੁਰੂ ਦੇ ਸਿੱਖ ਨੇ, ਉਹ ਹਮੇਸ਼ਾ ਗੁਰੂ ਮਹਾਰਾਜ ਦੇ ਚਰਨਾਂ ਦੀ ਓਟ ਰੱਖਦੇ ਹਨ। ਸਿੱਖ ਰਹਿ ਪਾਸ ਸੇਵੰਤ ਸੇਵ, ਲੋ ਜਿਹੜੇ ਗੁਰਸਿੱਖ ਗੁਰੂ ਮਹਾਰਾਜ ਦੇ ਕੋਲ ਹੀ ਰਹਿੰਦੇ ਨੇ ਤੇ ਹਮੇਸ਼ਾ ਸੇਵਾ ਕਰਦੇ ਰਹਿੰਦੇ ਹਨ। ਗੁਰ ਲਖੈ ਸਕਲ ਦੇਵਾਨ ਦੇਵ, ਉਹਨਾਂ ਦੀ ਭਾਵਨਾ ਇਹ ਹੁੰਦੀ ਆ ਵੀ ਗੁਰੂ ਮਹਾਰਾਜ ਦੇਵਤਿਆਂ ਦੇ ਵੀ ਦੇਵ ਪੂਜਨੀਕ ਨੇ, ਵੱਡੇ ਵੱਡੇ ਦੇਵਤੇ ਵੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਹਨ। ਔਰ ਹਰਖ ਸ਼ੋਕ ਜਿਨ ਕੇ ਨਾਲੇਸ਼, ਤੇ ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਭੋਰਾ ਵੀ ਕਦੇ ਖੁਸ਼ੀ ਕਦੇ ਗਮੀ ਦਾ ਅਸਰ ਨਹੀਂ ਪੈਂਦਾ ਤੇ ਭਾਣੇ ਵਿੱਚ ਹੀ ਪ੍ਰਸੰਨ ਰਹਿੰਦੇ ਹਨ। ਨਰ ਰੂਪ ਸੋ ਨਟ ਜਿਉ ਕਾਸ਼ ਬੇਸ, ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸੋਚਦੇ ਨੇ ਵੀ ਜਿਵੇਂ ਕੋਈ ਨਟ ਉਹ ਕੋਈ ਨਾ ਕੋਈ ਵੇਸ਼ ਧਾਰਨ ਕਰਕੇ ਤੇ ਕਈ ਤਰ੍ਹਾਂ ਦੇ ਸਾਂਗ ਰਚਦਾ ਹੈ, ਕਈ ਤਰ੍ਹਾਂ ਦੇ ਤਮਾਸ਼ੇ ਕਰਦਾ ਹੈ, ਬਈ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਉਹ ਕਈ ਤਰ੍ਹਾਂ ਦੇ ਸਾਂਗ ਬਣਾ ਕੇ ਉਹ ਲੋਕਾਂ ਨੂੰ ਇਸ ਤਰ੍ਹਾਂ ਵਿਖਾਉਂਦਾ ਹੈ। ਬਾਜੀ ਗਰ ਜੈਸੀ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਉਹ ਪ੍ਰਸੰਗ ਆਪਾਂ ਸੁਣਿਆ ਹੈ, ਜੇ ਇਹੀ ਉਪਦੇਸ਼ ਆਪਾਂ ਵੀ ਧਾਰਨ ਕਰ ਲਈਏ, ਇਹਨੂੰ ਕਮਾਉਣਾ ਸ਼ੁਰੂ ਕਰ ਦਈਏ, ਕਿ ਸਾਡੇ ਤੇ ਵੀ ਗੁਰੂ ਦੀ ਮਿਹਰਾਮਤ ਹੋ ਸਕਦੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਿੱਖ ਰਹਿ ਪਾਸ ਸੇਵੰਤ ਸੇਵ, ਗੁਰ ਲਖੈ ਸਕਲ ਦੇਵਾਨ ਦੇਵ, ਉਰ ਹਰਖ ਸ਼ੋਕ ਜਿਨ ਕੇ ਨਾਲੇਸ਼, ਨਰ ਰੂਪ ਸੋ ਨਟ ਜਿਉ ਕਾਸ਼ ਬੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।